मैं कहना और ठोक के कहना कैप्टन अमरिंदर सिंह जी मेरी थोड़े नाल कोई पर्सनल लड़ाई नहीं, महाराज इस एजेंडे नूं पूरा करो, इस एजेंडे की गल करो, बगैर पोस्ट बगैर तनख्वाह लिते 24 घंटे थोड़े नाल काम करूँगा। अहुदे की गल होंदी है, अहुदे नूं लैके चर्चा होंदी है कि डिप्टी सीएम या फिर पीपीसीसी के चीफ के तौर पर तुसीं अपने आप पैर ने झूठ के पैर ने कोई 17 सालों के कोई एक बंदा कह दे मैनूं उठ के एक बंदा कह दे मैं ਉਹਦਾ मंगिया। उन्होंने ललकारा मारे कि पटियाले आके लड़ो सर। क्यों ललकारा मारिया? गुरु की बेदबी की गल करते वो तो जवाब है नहीं अज तक दिता है। तो उदों बाद होर ਉਹਦੇ ਨਾਲ झूठ बोलिया मीटिंगां करदा, किहड़ी मीटिंग है दे प्रूफ, फिर कदे किसी नूं डरावा कदे किसी नूं डरावा। वो मुद्दे ते आना मित्रा। फिर सिस्टम नूं मेरी याद आती है इलैक्शन के वेले चाह पीना हो, क्यों बई मेरे सुरखाब के पर लग गए 1.5 साल च, क्यों चाह पीनी है बई? ना 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 खाना खाओ जी। पर काफ़ी नज़दीक नज़र आ रहे थे उस वेले। मैं क्या क्यों नज़दीकियां क्यों कंपेन कराउणी? ਤੁਹਾਡੀ ਕੋਈ ਫਾਈਲ ਤੁਹਾਡੇ ਨਜ਼ਦੀਕੀਆਂ ਦੀ ਫਾਈਲਾਂ ਦੀ ਗੱਲ ਹੋ ਰਹੀ ਸੀ। बोले कर लो, मैं की क्या मोस्ट वेलकम डू योर बेस्ट। ਪ੍ਰਗਟ ਸਿੰਘ ਕਹਿ ਰਹੇ ਮੈਨੂੰ ਧਮਕੀਆਂ ਆ ਰਹੀਆਂ। तो फिर उन्होंने पूछना कि क्यों बई ये 25,000 करोड़ रुपया जिहड़ा जांदा कित्थे जांदा है, ਇਹਦੇ बारे दस ना। बादलों ते कार्रवाई करना कित्थे जांदा, ये तो यही दस सकदे आ जिहड़ा सिस्टम चलाउंदे आ। भाई बादलों ते क्यों कार्रवाई नहीं कीती, ड्रग्स ते क्यों कार्रवाई नहीं कीती, गुरु की बेअदबी ते क्यों कार्रवाई नहीं कीती? सैकड़ों करोड़ की एक्साइज चोरी हुंदी है, बोतलां निकलदियां ने, किहड़े रेटां ते विकदियां ने हैं, वो स्कैमां दे की है? ਕਿੰਨੇ ਵਿਧਾਇਕ ਤੁਹਾਡੇ ਨਾਲ ਖੜੇ ਨੇ? ਕਿੰਨੇ ਵਿਧਾਇਕ ਤੁਹਾਡੇ ਨਾਲ ਖੜੇ? 78 ਦੇ 78 ਵਿਧਾਇਕ ਮੇਰਾ ਪਰਿਵਾਰ ਨੇ, ਮੇਰਾ ਧੜਾ ਨੇ। ਉਹ ਤਾਂ ਸੀਐਮ ਸਾਹਿਬ ਨਾਲ ਮੀਟਿੰਗਸ ਵੀ ਕਰ। ਮੈਂ ਕਿਹਾ ਫਿਰ ਕੀ ਹੋ ਗਿਆ, ਮੀਟਿੰਗਾਂ ਤਾਂ ਪਹਿਲਾਂ ਵੀ ਕਰਦੇ ਸੀਗੇ, ਫਿਰ ਕੀ ਹੋ ਜੂ? ਤੁਸੀਂ ਅੰਮ੍ਰਿਤਸਰ ਐਮਪੀ ਦੀ ਗੱਲ ਕੀਤੀ, ਉਹ ਤਾਂ ਕੈਪਟਨ ਸਾਹਿਬ ਦੇ ਨਾਲ। ਮੈਂ ਕਿਹਾ ਮੇਰੀ ਇੱਕ ਗੱਲ ਨੂੰ ਸੁਣ, ਹਾਂਜੀ ਮੇਰੀ ਇੱਕ ਗੱਲ ਨੂੰ ਸੁਣ। ਫਿਰ ਕਿਉਂ ਕਹਿੰਦੇ ਸੀਗੇ ਵੀ ਬਾਦਲ ਇਹ ਕਿਸੇ ਐਮਪੀ ਦੀ ਗੱਲ ਹੈ ਵੀ ਭਾਈ ਬਾਦਲ ਚਲਾਉਂਦੇ ਨੇ ਸਰਕਾਰ। 2 ਬੱਸਾਂ ਸੀ ਡੱਬ ਵਾਲੀ ਚ ਇਹਨਾਂ ਦੀਆਂ, ਅੱਜ 3000 ਨੇ। ਹੋਟਲ ਸਾਡੇ 5 ਸਟਾਰ ਹੋਟਲ, ਫਲਾਨਾ ਧਮਕਾਨਾ, ਕੌਣ ਚੱਕੂ ਇਹਨਾਂ ਨੂੰ? ਹੈਂ ਤੁਸੀਂ ਹਾਰ ਨਹੀਂ ਮੰਨਦੇ? ਤੈਨੂੰ ਲੱਗਦਾ ਹਾਰ ਕਿੱਥੇ ਹੋਈ ਹੈ? ਉਹ ਕਹਿ ਰਹੇ ਤੁਸੀਂ ਤਾਂ ਦੂਜੀ ਪਾਰਟੀ ਨਾਲ ਤੁਹਾਡੀ ਗੱਲਬਾਤ ਚੱਲ ਰਹੀ ਹੈ, ਤੁਸੀਂ ਤਾਂ ਉਧਰਲੇ ਪਾਸੇ ਸੈਟਿੰਗ ਕਰ ਰਹੇ ਹੋ। ਅੱਛਾ ਹੁਣ ਜੇ ਕੋਈ ਬੰਦਾ ਬੇਬੁਨਿਆਦ ਗੱਲਾਂ ਕਰਕੇ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲੂ। ਅੱਛਾ ਸਿਸਟਮ ਦੀ ਬਾਰ-ਬਾਰ ਬਹੁਤ ਚਰਚਾ ਹੋ ਰਹੀ ਹੈ, 2 ਪਰਿਵਾਰਾਂ ਤੁਸੀਂ ਸਿਸਟਮ ਦੱਸ ਰਹੇ ਹੋ, ਸਿਸਟਮ ਨਹੀਂ ਮੰਨ ਰਿਹਾ, ਸਿਸਟਮ ਨਾ ਕਹਿ ਰਿਹਾ ਤੁਹਾਨੂੰ ਬਾਰ-ਬਾਰ, ਫਿਰ ਤੁਹਾਡੇ ਕੋਲ ਆਪਸ਼ਨ ਕੀ? ਆਪਸ਼ਨ ਲੋਕਾਂ ਕੋਲ ਆਪਸ਼ਨ, ਲੋਕ ਬਦਲ ਦੇਣਗੇ। ਇਹ ਡਰ ਉਧਰ। ਮੈਂ ਕਹਿੰਦਾ ਮੇਰੀ ਗੱਲ ਨੂੰ ਸੁਣ, ਰਾਜੇ ਰਾਣੇ ਮਿਟਾਤੇ लोगों ने, रंक बनाना, जमानत भी जब्त कराती। मंजिलें उनको मिलती हैं जिनके सपनों में जान होती है, पंख से कुछ नहीं होता, हौसलों से उड़ान होती है। हौसलियां ਦੀ ਗੱਲ ਕਰਦੇ ਹਾਂ, ਅਜਿਹੀ ਸ਼ਖਸੀਅਤ ਨੂੰ ਅੱਜ ਅਸੀਂ ਆਪਣੇ ਨਾਲ ਲੈ ਕੇ ਆਏ ਹਾਂ ਜਿਨ੍ਹਾਂ ਦਾ ਹੌਸਲਾ ਐਡਾ ਹੈ ਕਿ ਡੇ 1 ਤੋਂ ਆਪਣੀ ਸਰਕਾਰ ਤੋਂ ਸਵਾਲ ਪੁੱਛਦੇ ਨੇ ਮੁੱਦਿਆਂ ਦੇ ਆਧਾਰ ਤੇ, ਪੰਜਾਬ ਦੇ ਮੁੱਦਿਆਂ ਤੇ। ਉਹ ਕਹਿੰਦੇ ਨੇ ਕਿ ਉਹ ਬੌਰਨ ਕਾਂਗਰਸੀ ਨੇ ਤੇ ਇਸੇ ਦੇ ਆਧਾਰ ਤੇ ਉਹ ਲਗਾਤਾਰ ਆਪਣੀ ਸਰਕਾਰ ਤੋਂ ਸਵਾਲ ਪੁੱਛਦੇ ਨੇ, ਨਿਡਰ ਹੋ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ। ਸਾਡੇ ਨਾਲ ਨੇ ਇਸ ਵੇਲੇ ਮੌਜੂਦ ਨੇ ਸਰਦਾਰ ਨਵਜੋਤ ਸਿੰਘ ਸਿੱਧੂ। ਸਵਾਗਤ ਹੈ ਜੀ। ਧੰਨਵਾਦ ਛੋਟੇ ਵੀਰ, ਗੋਡ ਬਲੈਸ ਯੂ। ਔਰ ਰੱਬ ਵਰਗੇ ਪੰਜਾਬੀਆਂ ਨੂੰ ਮੇਰਾ ਸਤਿ ਸ੍ਰੀ ਅਕਾਲ। ਸਿੱਧੂ ਸਾਹਿਬ ਤੁਸੀਂ ਕਹਿੰਦੇ ਹੋ ਕਿ ਬੌਰਨ ਕਾਂਗਰਸੀ ਹੋ, ਤੁਸੀਂ ਕਾਂਗਰਸ ਜਿਹੜੀ ਹੈ 2016 ਵਿੱਚ ਜੁਆਇਨ ਕੀਤੀ ਤੇ ਮੌਜੂਦਾ ਜਿਹੜਾ ਸੰਕਟ ਕਾਂਗਰਸ ਸਾਹਮਣੇ ਮਿਸ਼ਨ 2022 ਤੋਂ ਪਹਿਲੇ ਖੜ ਗਿਆ, ਬਿਲਕੁਲ ਇਲੈਕਸ਼ਨਾਂ ਤੋਂ ਪਹਿਲੇ ਆ ਕੇ, ਇਹ ਸੰਕਟ ਕਿਵੇਂ ਮੁੱਕੇਗਾ? ਮੁੱਦਿਆਂ ਦੇ ਆਧਾਰੇ ਤੁਸੀਂ ਗੱਲ ਕਰਦੇ ਹੋ, ਸੋਸ਼ਲ ਮੀਡੀਆ ਦਾ ਤੁਸੀਂ ਸਹਾਰਾ ਲਿਆ ਜਦੋਂ ਡਾਇਰੈਕਟਲੀ ਤੁਹਾਨੂੰ ਕੋਈ ਜਵਾਬ ਨਹੀਂ ਮਿਲਿਆ, ਤੇ ਫਿਰ ਹੁਣ ਕੀ ਆਪਸ਼ਨ ਬਚਿਆ ਹੈ? ਦੇਖੋ ਆਪਣੀ ਗੱਲ ਕਹਿਣੀ ਚਾਹੀਦੀ ਹੈ, ਸੱਚ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਸੱਚ ਤੇ ਪਹਿਰਾ ਦੇਣਾ ਚਾਹੀਦਾ ਹੈ। ਮਕਸਦ ਕੀ ਹੈ, ਮਨਸੂਬਾ ਕੀ ਹੈ? ਪਹਿਲਾਂ ਤਾਂ ਇਸ ਗੱਲ ਨੂੰ ਸਮਝ ਛੋਟੇ ਭਾਈ, ਮਨਸੂਬਾ ਇੱਕ ਹੀ ਹੈ 17 ਸਾਲ ਦਾ, ਕਿ ਇਹ 2 ਪਰਿਵਾਰਾਂ ਦਾ ਸਿਸਟਮ ਜਿਹੜਾ ਇਹਨਾਂ ਨੇ ਪਾਵੇ ਬੰਨ ਲਿਆ, ਔਰ ਸ਼ੁਰੂ ਤੋਂ ਲੈ ਕੇ ਬਿਜ਼ਨਸ ਇੰਟਰਸਟ ਇੱਕ ਦੂਜੇ ਨੂੰ ਪ੍ਰੋਟੈਕਟ ਕਰਨਾ, ਵਾਰੀਆਂ ਖੇਡਣੀਆਂ, ਹੁਣ ਤੂੰ ਖੇਡ ਹੁਣ ਮੈਂ ਖੇਡਦਾ, ਹੈਂਡਓਵਰ ਕਰਨਾ। ਅੱਜ ਵੀ ਹੁਣ ਦੇਖ ਲੈ ਹੈਂਡਓਵਰ ਹੀ ਚੱਲਦਾ। ਨਹੀਂ ਤੇ ਇਹ ਮੈਨੂੰ ਦੱਸ 400 ਦੀ ਵੈਕਸੀਨ 16 'ਚ ਕਿਉਂ ਵਿਕੇ? ਫਿਰ ਉਹ ਅਨਾਊਂਸਮੈਂਟ ਕਿਉਂ ਹੋਵੇ, ਅਫਸਰ ਅਨਾਊਂਸ ਕਿਉਂ ਕਰਨ ਵੀ 400 ਦੀ 16 'ਚ ਭੇਜ ਰਹੇ ਕਿਉਂ ਬਈ? ਹੈਂ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਕਿਉਂ ਦੇਵੇ? ਹੈਂ ਕਾਸਟਿਸਟ ਰਿਮਾਰਕ ਕਿਉਂ ਆਉਣ? ਇਹ ਉਹੀ ਚੱਲ ਰਿਹਾ। ਆਓ ਜੀ ਹੁਣ ਤੁਸੀਂ ਵਾਰੀ ਖੇਡੋ। ਪੰਜਾਬ ਸਮਝਦਾ ਮਿੱਤਰਾ, ਮੈਂ ਸਮਝਾ ਦੂੰ, ਯਾਦ ਰੱਖੀ ਮੇਰੀ ਗੱਲ। ਚਾਹੇ 250-300 ਬੰਦੇ ਰੱਖ ਲਓ, ਤੁਹਾਡੇ ਕੋਲ ਹਰਾਮ ਦਾ ਪੈਸਾ ਬੜਾ ਹੈ, ਔਰ ਕਹੋ ਜੀ ਗਾਲਾਂ ਕੱਢ, ਇੱਧਰ ਕਰ ਉੱਧਰ ਕਰ, ਇਹ ਹੋਣਾ ਨਹੀਂ। ਕਿਉਂਕਿ ਪੰਜਾਬ ਦੇ ਪਿੰਡ ਪਿੰਡ ਗੱਲ ਚਲੀ ਗਈ ਹੈ, ਇਹ ਭੇਦ ਖੁੱਲ੍ਹ ਗਏ ਹੈ। ਤੁਣਕੇ ਮਾਰਦਾ ਨਾ ਮਾਫੀਆ, ਇੱਦਾਂ ਸਾਹਮਣੇ ਉਹ ਹੁੰਦੀ ਹੈ, ਮਤਲਬ ਬਿਜ਼ਨਸ ਇੰਟਰਸਟ ਹੁੰਦੇ ਆ ਜਿਹੜੇ
ਲੈਜਿਸਲੇਚਰ ਗੌਣ ਕਰਕੇ ਰੱਖਤਾ ਇਹਨਾਂ ਨੇ, ਛੋਟਾ ਕਰਤਾ ਲੈਜਿਸਲੇਚਰ। ਲੈਜਿਸਲੇਚਰ ਕੀ ਹੈ ਮਿੱਤਰਾ? MLA, MP, ਮਿਨਿਸਟਰ, ਲੋਕਾਂ ਦੇ ਚੁਣੇ ਨੁਮਾਇੰਦੇ। ਲੋਕਤੰਤਰ 'ਚ ਤਾਕਤ ਕਿਹਦੀ ਹੈ? ਲੋਕਤੰਤਰ ਦੇ ਵਿੱਚ ਤਾਕਤ ਹਮੇਸ਼ਾ ਲੋਕਾਂ ਦੀ ਹੈ, ਲੋਕਾਂ ਦੇ ਵਾਸਤੇ ਹੈ। ਇਹ ਕੀ ਹੈ? ਇਹ ਸੰਵਿਧਾਨ ਦੀ ਸਪਿਰਿਟ ਕਿ ਲੋਕਾਂ ਦੀ ਤਾਕਤ ਵਾਪਸ ਲੋਕਾਂ ਦੇ ਕੋਲ ਜਾਵੇ। ਇਹਨਾਂ ਨੇ ਕੀ ਕੀਤਾ? ਲੋਕਾਂ ਨੇ ਚੁਣੇ MLA, MP, ਅਫਸਰ ਤਾਂ ਨਹੀਂ ਚੁਣੇ। ਇਹਨਾਂ ਨੇ ਸਾਰੇ ਸਿਸਟਮ ਨੂੰ ਅਫਸਰਾਂ ਨੂੰ ਜਵਾਬਦੇਹੀ ਬਣਾਤਾ। ਅਫਸਰ ਇਹਨਾਂ ਨੂੰ ਜਵਾਬਦੇਹੀ ਨੇ। ਅਫਸਰਾਂ ਦਾ ਕੀ ਕਸੂਰ ਹੈ? ਉਹ ਇਹਨਾਂ ਨੂੰ ਜਵਾਬਦੇਹੀ ਨੇ, ਉਹਨਾਂ ਦੀ ਟ੍ਰਾਂਸਫਰ ਇਹ ਕਰਦੇ, ਉਹਨਾਂ ਨੂੰ ਪੋਸਟਿੰਗ ਇਹ ਦਿੰਦੇ ਆ। ਗੱਲ ਸਮਝ? ਤੇ ਉਹ ਉਹਨਾਂ ਦਾ ਕੀ ਕਸੂਰ ਆ? ਉਹ ਫਿਰ ਨੂੜੀ ਰੱਖਦੇ ਆ। ਇੰਡੀਪੈਂਡੈਂਟ ਮਿਨਿਸਟਰੀਆਂ ਦੇ ਵਿੱਚ ਆਉਂਦਾ ਸਟੈਂਡਿੰਗ ਆਰਡਰ। ਇਹ ਸਟੈਂਡਿੰਗ ਆਰਡਰ ਕੀ ਹੈ ਭਾਈ? ਇਹ 'ਚ ਮਿਨਿਸਟਰ ਕੁਝ ਨਹੀਂ ਦਖਲ ਦੇ ਸਕਦਾ, ਇਹ ਚੀਫ ਮਿਨਿਸਟਰ ਕਰੋ ਭਾਈ। ਪਰ ਪੰਜਾਬ ਦਾ ਤਾਂ ਭਲਾ ਕਰੋ ਹੈਂ। ਮਤਲਬ ਪੰਜਾਬ ਆਪਣੇ ਚੁਣੇ ਨੁਮਾਇੰਦਿਆਂ ਨੂੰ ਨਹੀਂ ਸੁਣੂਗਾ। ਗੱਲ ਨੂੰ ਸਮਝ। ਅੱਜ ਵੀ MLA ਥਾਂ ਥਾਂ ਤੇ ਕਹਿੰਦਾ ਸਾਡਾ ਕਾਰਜਕਰਤਾ। ਕੀ ਹੁੰਦੀ ਹੈ ਪਾਰਟੀ? ਪਾਰਟੀ ਕਾਰਜਕਰਤਾ ਹੈ, ਜਿਹਨੇ ਲੜਨਾ ਹੈ। ਅਗਲਾ ਕਹਿੰਦਾ 10 ਸਾਲ ਡਾਂਗਾਂ ਖਾਧੀਆਂ। ਅੱਜ ਵੀ ਸਾਡੇ ਹਲਕਿਆਂ ਦੇ ਵਿੱਚ ਬਾਦਲਾਂ 'ਚ ਚੱਲਦੀ। MP ਬੋਲਿਆ ਕਿ ਨਹੀਂ? ਅੰਮ੍ਰਿਤਸਰ ਦਾ MP ਕੀ ਕਿਹਾ ਉਹਨੇ? ਇਹ ਮੈਂ ਕਹਿੰਦਾ ਸਾਰੇ ਕਹਿੰਦੇ ਆ, ਸਭ ਨੂੰ ਦਿਖਦਾ ਕੀ ਹੈ ਇਹ। ਤੇ ਲੋਕ ਤਾਂ ਬੇਵਕੂਫ ਸਮਝਦੇ ਲੋਕ। ਮੇਰੀ ਜਿਹੜੀ ਜਰਨੀ ਹੈ ਬੇਟਾ, ਇਸ ਸਿਸਟਮ ਨੂੰ ਬਦਲਣ ਦੀ ਹੈ, ਇਹਨੂੰ ਸਮਝਣ ਦੀ ਔਰ ਇਹਨੂੰ ਬਦਲਣ ਦੀ। 3 ਵਾਰ MP, 1 ਵਾਰ ਰਾਜ ਸਭਾ, ਵਾਈਫ CPS, ਉਦੋਂ ਬਾਅਦ ਮੰਤਰੀ। ਤੇ ਫਿਰ ਪ੍ਰਸ਼ਾਂਤ ਕਿਸ਼ੋਰ ਜੀ ਆਏ ਸੀ ਮੇਰੇ ਕੋਲ, ਹਾਈਕਮਾਂਡ ਕੋਲ ਲੈ ਕੇ 60 ਵਾਰ ਆਏ ਸੀ। ਮੈਂ ਕਿਹਾ ਯਾਰ ਮੈਂ ਨਹੀਂ ਜਾਣਾ, ਮੇਰਾ ਏਜੰਡਾ ਹੈ ਜੀ। ਜੇ ਲੋਕਾਂ ਦਾ ਭਲਾ ਨਹੀਂ ਕਰ ਸਕਦੇ ਕੀ ਉੱਥੇ ਦਰਸ਼ਨੀ ਘੋੜੇ ਬਣਨੇ? ਕਾਹਦੇ ਲਈ? ਚਿੰਤਨ ਕਰਾਂਗੇ। ਜੇ ਮੈਂ ਆ ਗਿਆ ਫਿਰ ਲੱਤ ਲਾਊਂ, ਫਿਰ ਨਹੀਂ ਮੈਂ ਜਾਂਦਾ। ਜਦ ਤੱਕ ਆਪਣੇ ਮੇਰੇ ਪੂਰੇ ਸਾਲ ਨਹੀਂ ਪੂਰੇ ਹੁੰਦੇ ਮੈਂ ਪਿੱਛੇ ਨਹੀਂ ਹਟਦਾ, ਫਿਰ 1 ਇੰਚ ਵੀ ਨਹੀਂ। ਉਹ ਨਾ ਅਸੀਂ ਏਜੰਡੇ ਦੇ ਹਾਈਕਮਾਂਡ ਕੋਲ ਨੇਕ ਲੋਕ, ਵਧੀਆ ਲੋਕ, ਅੱਛੇ ਲੋਕ, ਜਿਹਨੂੰ ਸਮਾਜ ਦਾ ਦਰਦ ਹੈ, ਉਹੋ ਜਿਹੇ ਲੋਕ। ਠੀਕ ਹੈ ਜੀ। ਵਿਸ਼ਵਾਸ ਕਰਨ ਨੂੰ ਜੀ ਕੀਤਾ, ਖਾਨਦਾਨੀਅਤ ਦਿਖੀ। ਠੀਕ ਹੈ। ਉਹ ਕਹਿੰਦੇ ਜਾ ਕੇ ਸਿਸਟਮ ਦੇ ਵਿੱਚ ਰਹਿ ਕੇ ਕਰੋ। ਆ ਗਏ ਜੀ 56 ਸੀਟਾਂ ਦੇ 54। ਬੇਟਾ ਇੱਥੇ ਜਾਣਾ ਹੈ, ਬੇਟਾ ਉੱਥੇ ਜਾਣਾ ਹੈ, ਬੇਟਾ ਆਹ ਕਰਨਾ, ਬੇਟਾ ਉਹ ਕਰਨਾ। ਆਪਦੀ ਕੌਂਸਟੀਟੂਐਂਸੀ ਦੇ ਵਿੱਚ ਮੇਰੀ ਵਾਈਫ ਨੇ MP ਕਰੀ, ਉਹਨੂੰ ਆਫਰ ਹੋਈ, ਛੱਡਤੀ ਉਹਨੇ ਕਿਹਾ ਮੈਂ ਸ਼ਹਿਰੀ ਦੀ ਕੌਂਸਟੀਟੂਐਂਸੀ ਦੇ ਵਿੱਚ ਰਹੂੰਗਾ। ਉਹ ਕੌਂਸਟੀਟੂਐਂਸੀ ਜਿਹੜੀ ਉਹਨੇ ਪਹਿਲਾਂ ਜਿੱਤੀ ਸੀ ਸੋਸ਼ਲ ਵਰਕ ਕਰ ਕਰਕੇ ਹੈ। 6ਵਾਂ ਇਲੈਕਸ਼ਨ ਜਿੱਤੇ, 5ਵਾਂ। ਗੱਲ ਨੂੰ ਸਮਝ ਕਿ 78 ਸੀਟਾਂ ਆਈਆਂ, ਵਲਵਲੇ ਦੇ ਨਾਲ ਆਏ। ਪਹਿਲੇ ਕੈਬਨਿਟ ਦੇ ਵਿੱਚ ਮੈਂ ਆਪਦਾ ਏਜੰਡਾ ਸ਼ੁਰੂ ਕਰਤਾ ਸੀ। ਕੋਈ ਇਤਿਹਾਸ ਗਵਾਹ ਹੈ, ਪੁੱਛ ਲੈ ਜਿਹਨੂੰ ਮਰਜ਼ੀ। ਕੋਈ ਆਏ ਥੋੜ੍ਹੇ ਅੱਜ ਨਹੀਂ ਸ਼ੁਰੂ ਕੀਤਾ ਇਹ ਪਿਛਲੇ 17 ਸਾਲ ਦਾ ਇੱਕੋ ਥਾਂ ਤੇ ਖੜਾ ਨਵਜੋਤ ਸਿੰਘ ਸਿੱਧੂ ਹਿੱਲਿਆ ਨਹੀਂ, ਔਰ ਕਿਸੇ ਅਹੁਦੇ ਲਈ ਨਹੀਂ ਕੀਤਾ। ਇਹ ਪੰਜਾਬ ਦੇ ਲੋਕਾਂ ਦੇ ਕਲਿਆਣ ਦੇ ਵਿੱਚ ਮੇਰਾ ਕਲਿਆਣ ਆ, ਮੈਨੂੰ ਪਤਾ ਹੈ। ਗੁਰੂ ਦਾ ਸਿੱਖ ਹਾਂ, ਗੁਰੂ ਨੂੰ ਸਿਮਰਦਾ, ਉਹਦੇ ਉਜਾਲੇ ਦੇ ਨਾਲ ਇੱਕ ਹੋ ਕੇ ਰਹਿਣਾ। ਮੈਨੂੰ ਇਹ ਮਹਿਸੂਸ ਹੁੰਦਾ ਕਿ ਮੇਰੇ ਤੋਂ ਇਹ ਪੱਤੇ ਵੀ ਮੇਰੇ ਤੋਂ ਅੱਡ ਨਹੀਂ। ਤੇ ਮੈਂ ਕਿੱਦਾਂ ਕਿਸੇ ਤੇ ਅੱਜ ਤੱਕ ਅੰਮ੍ਰਿਤਸਰ ਦੇ ਵਿੱਚ ਮੈਂ ਕਦੇ ਇੱਕ FIR ਤੱਕ ਦਰਜ ਨਹੀਂ ਕਰਾਈ। ਬੇਟਾ ਜਦੋਂ ਇਹ ਪਹਿਲੀ ਕੈਬਨਿਟ ਸੀ, ਮੈਂ ਇਹਨਾਂ ਨੂੰ ਕਿਹਾ ਆ ਯਾਰ ਸ਼ਰਾਬ ਨੀਤੀ, ਮੈਂ ਸ਼ਰਾਬ ਦੇ ਹੱਕ 'ਚ ਨਹੀਂ, ਲੇਕਿਨ ਸ਼ਰਾਬ ਅਗਰ ਵਿਕਦੀ ਹੈ ਤਾਂ ਸਟੇਟ ਦੇ ਖਜ਼ਾਨੇ 'ਚ ਪੈਸਾ ਆਵੇ। ਕਦੇ ਫਲਾਨਾ ਚੱਡਾ ਤੇ ਕਦੇ ਆਹ ਚੱਡਾ, ਇੱਕ ਪਰਿਵਾਰ ਵਾਲਾ ਉਹ ਚੱਡਾ, ਇੱਕ ਪਰਿਵਾਰ ਵਾਲਾ ਉਹ ਚੱਡਾ, ਉਹੀ ਨਾਲ ਸਾਰਾ ਕੁਝ ਚਲਾਉਂਦੇ ਆ। ਠੀਕ ਹੈ। ਤੇ ਉਹ ਕਦੇ ਉਹ ਆ ਜਾਂਦੇ, ਕਦੇ ਉਹ ਆ ਜਾਂਦੇ ਆ। 3000 ਤੋਂ 4000 ਕਰੋੜ ਨਹੀਂ ਗਏ ਅਸੀਂ ਪਿਛਲੇ 20 ਸਾਲਾਂ 'ਚ। ਤਾਮਿਲਨਾਡੂ 2500 ਤੋਂ ਸ਼ੁਰੂ ਹੋਇਆ ਸੀ, 35000 ਤੇ ਪਹੁੰਚ ਗਿਆ। ਤੇਲੰਗਾਨਾ ਅੱਜ 20000 ਕਰੋੜ ਰੁਪਏ ਐਕਸਾਈਜ਼ ਤੋਂ ਕਮਾਉਂਦਾ ਹੈ। ਹਾਂਜੀ। ਕਈ ਸਟੇਟ ਇਹੋ ਜਿਹੇ ਨੇ 10-10 ਕਰੋੜ ਕਮਾਉਂਦੇ ਆ, ਅਸੀਂ ਇੰਨੇ ਸਾਲਾਂ ਤੋਂ 4000 ਕਰੋੜ। ਮੈਂ ਕਿਹਾ ਜੀ ਇਹ ਪਾਲਿਸੀ ਨੂੰ ਥੋੜ੍ਹਾ ਜਿਹਾ ਚੇਂਜ ਕਰੋ। ਇਹ 50000 ਨੌਕਰੀਆਂ ਮਿਲਦੀਆਂ ਨੇ, ਆਪਾਂ ਪੈਸੇ ਵਧਾਈਏ। 5000 ਕਰੋੜ ਦਾ ਮਤਲਬ ਜੇ 5000 ਵੀ ਵਧਾਇਆ 200-300 ਤੇ ਨਾ ਦੇਖੋ, ਉੱਚਾ ਨਿਸ਼ਾਨਾ ਮਾਰੋ। ਇਹ ਤੇ 5000 ਕਰੋੜ ਵੀ ਕਮਾਇਆ, ਇਹਨੂੰ ਗਵਰਨਮੈਂਟ ਆਫ ਇੰਡੀਆ ਨੂੰ ਦੇਵਾਂਗੇ, 10000 ਕਰੋੜ ਬਣ ਕੇ ਵਾਪਸ ਆਊਗਾ। ਤੁਸੀਂ ਕਰਜ਼ਾ ਲੈ ਕੇ ਕਰਜ਼ੇ ਮੁੜੀ ਜਾਂਦੇ ਹੋ। ਨਾ ਸੁਣਨਾ ਨਾ ਸੈਂਡ ਮਾਈਨਿੰਗ, ਇਹ ਸਾਰੇ ਇਤਿਹਾਸ ਗਵਾਹ, ਪੇਪਰ ਦੇ ਰਿਪੋਰਟਾਂ ਨੇ। ਸੈਂਡ ਮਾਈਨਿੰਗ ਭਾਈ 1000 ਰੁਪਏ ਟਰਾਲੀ ਦਿਓ, 5-5000 ਦੀ ਵੇਚ ਦਿਓ, ਸਪਲਾਈ ਰੋਕ ਦਿਓ ਜਾਣ ਬੁੱਝ ਕੇ। ਫਿਰ ਕਿਸੇ ਨੂੰ 4000, ਗਰੀਬ ਕਿੱਥੋਂ ਘਰ ਪਾਊ? 1000 ਰੁਪਏ ਤੁਸੀਂ ਕਰੋ, ਨਾਲ ਦੀ ਨਾਲ ਇਕੋਨਮੀ ਉੱਠ ਖੜੂ, ਗਰੀਬ ਘਰ ਪਾਉਣ ਲੱਗ ਜੂ, ਅਫੋਰਡੇਬਲ ਹੋ ਜੂ ਸਾਰਾ। ਵੋਲਿਊਮ ਵੱਧ ਜੂ ਕੰਸਟਰਕਸ਼ਨ ਦਾ। ਬੇਟਾ ਵੋਲਿਊਮ ਜਦੋਂ ਕੰਸਟਰਕਸ਼ਨ ਦਾ ਵਧੂਗਾ, ਇੱਕੋ ਦਮ ਜ਼ਲਜ਼ਲਾ ਆ ਜਾਊਗਾ। ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਅਮਰੀਕਾ ਖੜਾ ਕਰਤਾ ਸੀ ਸੜਕਾਂ ਪਾ ਕੇ, ਰੁਜ਼ਗਾਰ ਬਣਨਗੇ, ਸਭ ਕੁਝ ਹੋਊਗਾ। ਹੈ ਦੱਸਦੇ ਨੋ। ਇਹ ਇਹਨੇ ਮੁੱਦਿਆਂ ਦੀ ਗੱਲ ਸਮਝ ਕਿਉਂ ਨਹੀਂ ਆਉਂਦੀ? ਮੈਂ ਕਿਹਾ ਕਿਉਂਕਿ ਭਟਕਾਉਂਦੇ ਆ, ਮੁੱਦਿਆਂ ਤੇ ਆਉਂਦੇ ਹੀ ਨਹੀਂ, ਕਿਸੇ ਹੋਰ ਮੁੱਦੇ ਨੂੰ ਚੁੱਕ ਲੈਂਦੇ ਆ। ਜਿਹਦਾ ਕੋਈ ਜਿਹੜਾ ਬੇਬੁਨਿਆਦ ਹੁੰਦਾ, ਜਿਹਦੇ ਪੰਜਾਬ ਦੇ ਵਿਕਾਸ ਨਾਲ ਕੋਈ ਤਾਲੁਕ ਨਹੀਂ, ਉਹੀ ਛੱਡ ਦੇਣਗੇ ਛੁੱਲੀ ਲੋਕਾਂ ਨੂੰ ਵੰਡਣ ਲਈ।
ਅਹੁਦੇ ਦੀ ਗੱਲ ਹੁੰਦੀ ਹੈ, ਅਹੁਦੇ ਨੂੰ ਲੈ ਕੇ ਚਰਚਾ ਹੁੰਦੀ ਹੈ ਕਿ ਡਿਪਟੀ ਸੀਐਮ ਜਾਂ ਫਿਰ ਪੀਪੀਸੀਸੀ ਦੇ ਚੀਫ ਦੇ ਤੌਰ ਤੇ ਤੁਸੀਂ ਝੂਠ ਦੇ ਪੈਰ ਨੇ, ਹਾਂਜੀ ਝੂਠ ਦੇ ਪੈਰ ਨੇ। ਕੋਈ 17 ਸਾਲਾਂ ਦੇ ਵਿੱਚ ਕੋਈ ਇੱਕ ਬੰਦਾ ਕਹਿ ਦੇ ਮੈਨੂੰ, ਉੱਠ ਕੇ ਇੱਕ ਬੰਦਾ ਕਹਿ ਦੇ ਵੀ ਮੈਂ ਉਹਦਾ ਮੰਗਿਆ, ਇਹੀ ਕਹਿ ਦੇਣ ਹੈ ਨਾ। ਕਹਿਣਾ ਕਿੰਨੀ ਵਾਰ ਬੁਲਾ ਲਿਆ ਮੈਨੂੰ ਕੈਬਨਿਟ ਦੇ ਵਿੱਚ ਬੈਠ ਕੇ, ਆਪ ਪ੍ਰੈਸ ਕਾਨਫਰੰਸ ਕਰਕੇ ਕਿਹਾ ਨਹੀਂ ਸਾਰੀ ਕੈਬਨਿਟ ਚਾਹੁੰਦੀ ਹੈ। ਹੁਣ ਕਿਹੜੇ ਸੁਰਖਾਬ ਦੇ ਪਰ ਲੱਗੇ ਸੀ ਮੇਰੇ ਬਈ? 2 ਸਾਲ ਪਹਿਲਾਂ ਕਿਉਂ ਹਿਲਾਇਆ ਸੀ? ਤੇ ਫਿਰ ਬਾਰ-ਬਾਰ ਕਿਉਂ ਕਹਿੰਦੇ ਹੁਣ? ਕੀ ਗੱਲ ਹੋ ਗਈ? ਇਹੋ ਜਿਹਾ ਕੀ ਚੇਂਜ ਆ ਗਈ? ਕਿਉਂ ਕੰਪੇਨ ਕਰਾਣੀ ਹੁਣ? ਤੇ ਫਿਰ ਬਾਅਦ ਦੇ ਵਿੱਚ ਉਹ ਸ਼ੋਅ ਪੀਸ ਬਣਾ ਕੇ ਉੱਥੇ ਦਰਸ਼ਨੀ ਘੋੜਾ ਬਣਾਉਣਾ ਹੈ, ਤੇ ਉਵੇਂ ਹੀ ਮਾਈਨਿੰਗ ਚੱਲੂਗੀ, ਉਵੇਂ ਹੀ ਆਹ ਚੱਲੂਗਾ। ਕੀ ਮੰਗਦਾ ਨਵਜੋਤ ਸਿੰਘ ਸਿੱਧੂ? ਇਹ ਆਪਦੇ ਏਜੰਡੇ ਦੀ ਗੱਲ ਕਰਦਾ ਹੈ, ਲੋਕਾਂ ਦੇ ਭਲੇ ਦੀ ਗੱਲ ਕਰਦਾ ਹੈ, ਨੌਕਰੀਆਂ ਦੀ ਗੱਲ ਕਰਦਾ ਹੈ। ਨੌਕਰੀਆਂ ਕਿਹਨੂੰ ਦੇਵੋਗੇ? ਐਮਐਲਏ ਦੇ ਮੁੰਡਿਆਂ ਨੂੰ ਦੇਵੋਗੇ ਨੌਕਰੀਆਂ? ਭਾਈ ਮੇਰੀ ਇੱਕ ਗੱਲ ਸੁਣ, ਮੇਰੀ ਕਹਿਣਾ ਨਿੱਜੀ ਕੋਈ ਉਹੀ ਨਹੀਂ ਹੈ। ਮੈਨੂੰ ਐਂ ਦੱਸ ਕ੍ਰਾਈਟੇਰੀਆ ਕੀ ਹੈ ਇਸ ਨੌਕਰੀ ਦਾ? ਤਰਸ ਦੇ ਆਧਾਰ ਦੇ ਉੱਤੇ। ਤਰਸ ਕਤਾਰ 'ਚ ਆਖਰੀ ਬੰਦੇ ਨੂੰ, ਜਿਹੜਾ ਜ਼ਰੂਰਤਮੰਦ ਹੈ, ਜਿਹਦੇ ਘਰ ਦੇ ਵਿੱਚ ਕੋਈ ਰੋਟੀ ਨਹੀਂ ਪੱਕਦੀ ਹੈ, ਕਮਾਊ ਬੰਦਾ ਨਹੀਂ ਹੈ, ਉਹਨੂੰ ਦਿਓਗੇ? ਜਾਂ ਕਤਾਰ 'ਚ ਅੱਗੇ ਖੜਾ ਪ੍ਰਿਵਿਲੇਜਡ ਆਦਮੀ ਉਹਨੂੰ ਦਿਓਗੇ? ਕਿਹਨੂੰ ਦਿਓਗੇ ਬਾਈ? ਮੈਨੂੰ ਦੱਸ ਨਾ, ਸਮਝਾ ਦੇ। ਕੀ ਮੈਰਿਟ ਆਨਰ ਕਰ ਰਹੇ ਹੋ? ਅੱਜ ਕੁਰਸੀ ਬਚਾਉਣੀ ਹੈ, ਇਸ ਕਰਕੇ ਵਿਧਾਇਕਾਂ ਦੇ ਉਹਨਾਂ ਨੂੰ ਉਹ ਦੇਣੀ ਹੈ। ਅੱਜ ਬੇਅਦਬੀ ਯਾਦ ਆ ਗਈ, ਕੁਰਸੀ ਬਚਾਉਣੀ ਹੈ, ਲੋਕਾਂ ਦਾ ਪ੍ਰੈਸ਼ਰ ਪੈ ਗਿਆ। ਕਿਆ ਵਾਰੀਆਂ ਖੇਡ ਰਹੇ ਹੋ? ਹੈਂ, ਇਹ ਮੈਨੂੰ ਕੋਈ ਸਮਝਾ ਦੇ ਛੋਟੇ ਭਾਈ। ਮੈਂ ਦੇਖ, ਮੇਰੀ ਗੱਲ ਨੂੰ ਸੁਣ, ਬੜਾ ਕਲੀਅਰ ਆ ਮੈਂ, ਮੈਨੂੰ ਸਮਝਿਆ ਕਦੋਂ ਬੋਲਣਾ ਹੈ। ਸ਼ਾਂਤ ਕਿਸ਼ੋਰ ਦਾ ਫੋਨ ਦੁਬਾਰਾ ਨਹੀਂ ਆ ਰਿਹਾ, ਦੁਬਾਰਾ ਹੁਣ ਫਿਰ ਉਹ ਕੈਪਟਨ ਦੀ ਟੀਮ। ਮੇਰੀ ਗੱਲ ਕਿੱਥੇ ਹੈ? ਦਿਖਾ ਨਾ। ਮਤਲਬ ਚੱਲਣਾ ਚਾ ਫਿਰ ਯਾਰ, ਕਈ ਹੋਰ ਕਰੀਏ ਨਾ, ਕੋਈ ਅਲੋਪ ਹੈ? ਗੱਲ ਸਮਝ ਮਿੱਤਰਾ। ਲੋਕਾਂ 'ਚ ਜਦੋਂ ਜਾਣਾ ਨਾ, ਹਾਂਜੀ ਕਿਸੇ ਆਧਾਰ ਤੇ ਜਾਣਾ ਹੈ। ਤੇ ਕੀ ਆਧਾਰ ਸੀ? ਕੀ ਆਧਾਰ ਸੀ ਮੈਨੂੰ ਦੱਸ? ਵਿਕਾਸ ਆਧਾਰ ਸੀ ਨਾ। ਤੇ ਏਜੰਡੇ ਦਿੱਤੇ, ਕਿਸਾਨੀ ਦਾ ਏਜੰਡਾ ਹੱਕ ਕਮੇਟੀ ਲੈ ਕੇ ਗਿਆ। ਭਾਈ ਆ ਸਰ ਛੋਟੂ ਰਾਮ ਦਾ ਐਕਟ ਹੈ, ਲੱਖ ਰੁਪਈਆ ਕਿਸਾਨ ਲਓ, 2 ਲੱਖ ਤੋਂ ਵੱਧ ਵਾਪਸ ਨਹੀਂ ਕਰੂ, ਚੈੱਕਾਂ ਦੇ ਵਿੱਚ ਪੈਸੇ ਹੋਣਗੇ, ਆਡਿਟ ਹੋਊਗੀ, ਹਾਂਜੀ, ਲਾਇਸੈਂਸ ਦਿੱਤੇ ਜਾਣਗੇ, ਕੋਆਪਰੇਟਿਵ ਬਣਾਓ। ਇਹ ਅੱਜ ਦਾ ਨਹੀਂ ਮੈਂ ਕਹਿੰਦਾ, ਕੋਆਪਰੇਟਿਵ ਬਣਾਓ। ਉਹ ਕੋਆਪਰੇਟਿਵਾਂ ਦਾ ਕਿਸਾਨਾਂ ਨੂੰ ਹੋ ਦਿਓ। ਸਟੋਰੇਜ ਉਹਦੇ ਕੋਲ ਹੈ ਨਹੀਂ, ਪੈਰਿਸ਼ੇਬਲ ਕਮੋਡਿਟੀ ਹੈ ਸਬਜ਼ੀ। ਜਿਹੜੀ ਚੀਜ਼ ਉਹ 3 ਰੁਪਏ ਕਿਲੋ ਵੇਚਦਾ, ਸ਼ਾਮ ਨੂੰ ਪਰਚੂਨ ਦੀ ਦੁਕਾਨ ਤੇ 25 ਰੁਪਏ ਦੀ ਵਿਕਦੀ ਹੈ। ਤੁਸੀਂ ਸਟੋਰੇਜ ਦੇ ਦਿਓ, ਉਹੀ 10 ਦੀ ਵਿਕੂਗੀ, ਉਹ ਵੀ ਕਮਾ ਲੂ, ਉਹ ਵੀ ਕਮਾ ਲੂ। ਕਿੱਡੀ ਕੁ ਗੱਲ ਹੈ ਭਾਈ? ਕਿਹਨੇ ਕੋਸ਼ਿਸ਼ ਕੀਤੀ ਹੈ? ਹੱਕ ਕਮੇਟੀ ਦੇ ਧੂੜ ਜਮੀ ਪਈ ਹੈ, ਅੱਜ ਤੱਕ ਨਹੀਂ ਕੱਢੀ। ਕੱਢੀ ਹੈ? ਮੈਨੂੰ ਦੱਸ, ਕੱਢੀ ਹੈ? ਮੇਰਾ ਵਿਜ਼ਨ, ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ, ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਕੋਈ ਕਿਉਂ ਜਾਵੇ? ਹੈ ਸਟੈਂਡਿੰਗ ਆਰਡਰ ਫਾਈਲ ਜਾਏਗੀ ਉਹਨਾਂ ਕੋਲ। ਮਤਲਬ ਜਿੱਥੇ ਕ੍ਰੈਡਿਟ 5 ਪੁਲ ਅੰਮ੍ਰਿਤਸਰ ਦੇ 5 ਪੁਲ ਛੋਟੇ ਭਾਈ। ਬਾਦਲ ਵੇਲੇ ਮੈਂ ਭੁੱਖ ਹੜਤਾਲ ਤੇ ਬਹਿ ਗਿਆ, ਫਾਸਟ ਔਨ ਟੂ ਡੈਥ। ਮੈਂ ਕਿਹਾ ਦੇਹੀ ਲਾਉਂਗਾ, ਇਹਨੂੰ ਪਤਾ ਹੋਣਾ, ਦੇਹੀ ਲਾਉਂਗਾ। ਮੈਂ ਕਿਹਾ ਮੈਂ ਦਾ ਦੇ ਉੱਤੇ ਕਹੀ ਦੇਹੀ। ਡਰੇ ਨੇ, ਰਾਤ ਨੂੰ ਲੋਲੀਪੌਪ ਜਿਹਾ ਦੇਤਾ, ਸਾਰੇ ਪ੍ਰੈਸ ਉਹ ਦੇਤੀ ਪ੍ਰੈਸ ਦੇ ਵਿੱਚ ਉਹਦੇ। ਇਹਨਾਂ ਨੂੰ ਸ਼ਰਮ ਤਾਂ ਹੈ ਹੀ ਨਹੀਂ ਨਾ। ਵਾਅਦੇ ਤੋਂ ਤਾਂ ਐਂ ਮੁੱਕਰਦੇ ਆ, ਐਂ ਜਿਵੇਂ ਰੰਗ ਬਦਲਦੇ ਆ, ਜਿਵੇਂ ਕਮਾਲ ਹੀ ਹੋ ਗਈ। ਪਰ ਹਾਈ ਕਮਾਂਡ ਨੇ ਹੁਣ 3 ਮੈਂਬਰੀ ਕਮੇਟੀ ਬਣਾਈ, ਉੱਥੇ ਤੁਸੀਂ ਪੂਰੀ ਗੱਲ ਰੱਖੀ। ਮੈਂ ਕਿ ਇਹੀ ਗੱਲ ਰੱਖ ਕੇ ਆਇਆ, ਹਰ ਥਾਂ ਤੇ ਇੱਕੋ ਹੀ ਗੱਲ ਕਰਦਾ। ਮੇਰੀ ਗੱਲ ਨੂੰ ਸੁਣ, ਤੇ ਕਮੇਟੀ ਕਾਹਦੇ ਲਈ ਬਣੀ? ਸਬਰ ਰੱਖ, ਕਮੇਟੀ ਕਾਹਦੇ ਲਈ ਬਣੀ ਹੈ? ਮੇਰੀ ਗੱਲ ਨੂੰ ਸਮਝ। ਹਾਂਜੀ, ਇਹ ਨਫਾ ਨੁਕਸਾਨ ਲੋਕ ਤੈਅ ਕਰਨਗੇ। ਜੇ ਕੋਈ ਸੁਣੂ, ਔਰ ਇਹ ਜੋ ਹੋ ਰਿਹਾ, ਇਹ ਸਾਰਾ ਲੋਕਾਂ ਦੇ ਕਰਕੇ ਹੀ ਹੋ ਰਿਹਾ। ਇਹ ਲੋਕਾਂ ਦੇ ਜਿਹੜੇ ਸਰਵੇ ਹੋਏ ਨੇ, ਉਹ ਕੀ ਕਹਿੰਦੇ ਨੇ? ਉਹ ਸਿਆਣੇ ਨੇ, 70 ਸਾਲ ਉਹਨਾਂ ਨੇ ਇਸ ਦੇਸ਼ ਦੇ ਉੱਤੇ ਰਾਜ ਕੀਤਾ ਹੈ। ਮੈਂ ਇਹਨਾਂ ਕੋਲ ਜਾ ਕੇ ਮੈਂ ਕਿਹਾ ਜ਼ਮੀਨਾਂ ਦੱਬੀਆਂ ਪਈਆਂ ਨੇ, ਗਊਚਰ ਲੈਂਡ, ਗਊ ਭੂਮੀ, ਤੁਸੀਂ ਮੈਨੂੰ ਮੇਰੇ ਘਰੋਂ ਬਾਹਰ ਕੱਢੋ, ਮੈਂ ਸੜਕ 'ਤੇ ਆਊਂ। ਹਜ਼ਾਰਾਂ ਏਕੜ ਗਊ ਭੂਮੀ, 1.5 ਲੱਖ ਕਰੋੜ ਰੁਪਈਆ ਤਾਂ ਮੋਹਾਲੀ ਦੇ ਇਰਦ ਗਿਰਦ ਦੱਬਿਆ ਪਿਆ। ਲੱਖਾਂ ਕਰੋੜ ਦੀ ਜ਼ਮੀਨ ਦੱਬੀ ਪਈ ਹੈ। ਲੀਜ਼ ਦੇ ਉੱਤੇ ਜ਼ਮੀਨ ਦਾ ਰਿਕਾਰਡ ਹੀ ਹੈ ਨਹੀਂ। ਜਿਹੜੇ ਪੈਸੇ ਇੰਪਰੂਵਮੈਂਟ ਟਰਸਟ ਦੇ ਵਿੱਚ ਮਿਊਨਿਸਪੈਲਿਟੀਆਂ ਦੇ ਵਿੱਚ ਆਉਂਦੇ ਆ ਰੋਜ਼, ਉਹਦਾ ਕੋਈ ਆਡਿਟ, ਉਹਦਾ ਕੋਈ ਰਜਿਸਟਰੀ ਹੈ ਨਹੀਂ ਵੀ ਪੈਸੇ ਕਿੰਨੇ ਆਏ, ਕਿੰਨੇ ਗਏ, ਨਾ ਡੇਲੀ, ਨਾ ਮੰਥਲੀ, ਨਾ ਵੀਕਲੀ। ਕੌਣ ਦੱਸੂ? ਉਹਨਾਂ ਦਾ ਹੀ ਰਿਕਾਰਡ ਕਢਾ ਲਓ, ਸਾਰਾ ਕੁਝ ਆਜੂ। ਟੈਕਸਾਂ ਦੀ ਵਸੂਲੀ ਨਹੀਂ ਹੁੰਦੀ। ਕਿਸੇ ਤੇ 10,000 ਬਿੱਲ ਖੜਾ ਹੈ, ਇਹਨੂੰ ਧਿਆਨ ਨਾਲ ਸੁਣੀ, 10,000 ਬਿੱਲ ਖੜਾ, ਇੰਸਪੈਕਟਰ ਜਾਂਦਾ ਲੈਣ, ਉਹ ਕਹਿੰਦਾ ਛੱਡ ਯਾਰ, ਤੂੰ ਮੈਨੂੰ 500 ਦੇ ਤੇ 10,000 ਛੱਡ। ਉਹ 500 ਦੇ ਦਿੰਦਾ, ਤੇ ਉਹ ਪਰਚੀ ਜੀ ਜੇਬ 'ਚ ਆਪਣੀ ਹੀ ਪਾ ਲੈਂਦਾ। ਸਰਕਾਰ ਕੋਲ ਕੁਛ ਆਉਂਦਾ ਨਹੀਂ, ਉਹਦਾ 10,000 ਉੱਥੇ ਦਾ ਉੱਦਾਂ ਹੀ ਕਿਹੜਾ 10,000 500 ਦੇ ਤੇ ਪਾਤਾ, ਆਪ 500 ਕਮਾ ਕੇ ਆਓਗੇ। ਇਹ ਕੌਣ ਰੋਕੂ? ਹੈ ਇਹ ਸਾਰਾ ਸਿਸਟਮ ਬਣਾਇਆ ਸੀ, ਈ ਗਵਰਨੈਂਸ ਦਾ ਸਿਸਟਮ ਬਣਾਇਆ ਸੀ, ਈ ਨਕਸ਼ਿਆਂ ਦਾ ਸਿਸਟਮ ਬਣਾਇਆ ਸੀ, ਡੀਮ ਟੂ ਬੀ ਪਾਸ। ਜੇ 25 ਦਿਨ ਇੰਸਪੈਕਟਰ ਨਹੀਂ ਕਰੂਗਾ, ਇਹ ਪਾਸ ਹੋ ਜੂ। ਬਿਲਡਿੰਗਾਂ ਕਿੱਥੋਂ ਬਣ ਗਈਆਂ? ਕੋਈ ਪਿੰਨ ਹੈ ਬਿਲਡਿੰਗ ਰੱਖ ਗਿਆ, ਇੰਸਪੈਕਟਰ ਨੂੰ ਪਤਾ ਨਹੀਂ ਲੱਗਿਆ ਵੀ ਪਿੰਨ ਰੱਖ ਗਿਆ। ਐਡੀ ਵੱਡੀ ਬਿਲਡਿੰਗ ਹੈ 3 ਮੰਜ਼ਿਲ ਦੀ, ਉਹਨੂੰ ਹੀ ਨਹੀਂ ਪਤਾ। ਹਾਈ ਕੋਰਟ ਸੁਪਰੀਮ ਕੋਰਟ ਨੇ ਇਹ ਕਿਹਾ
ਕਿ ਜਦ ਤੱਕ 2-3 ਅਫਸਰਾਂ ਨੂੰ ਪੂਰੀ ਤਰ੍ਹਾਂ ਸਜ਼ਾ ਨਹੀਂ ਦਿਓਗੇ ਉਹ ਤੱਕ। ਮੈਂ ਗਿਆ ਜਲੰਧਰ, ਸਾਰੀਆਂ ਉਹ ਕੀਤੀਆਂ, ਫਟ ਦੇਣੇ, ਕੋਈ ਕ੍ਰੇਨ ਤੇ ਚੜ ਗਿਆ, ਮੈਨੂੰ ਫੋਨ ਆਇਆ, ਭਾਈ ਇਲੈਕਸ਼ਨ ਨੇ, ਲੋਕਾਂ ਦਾ ਵਿਕਾਸ ਰੋਕ ਦਿਆਂਗੇ, ਹੈ ਕੀ ਕਰਾਂਗੇ। ਮੈਨੂੰ ਇਹ ਸਾਰਾ ਕੁਝ ਮੈਂ ਬੋਲਦਾ ਰਿਹਾ, ਇਹ ਸਾਰਾ ਕੁਝ ਮਿਲ ਜਾਂਦਾ ਰਿਹਾ ਜੀ। ਭਾਈ ਸਭ ਤੋਂ ਵੱਡਾ ਮੁੱਦਾ ਜਿਹਦੇ ਤੇ ਸਰਕਾਰ ਬਣੀ ਸੀ, ਤੁਸੀਂ ਸੰਘਾ ਫੜ ਕੇ ਕਹਿੰਦੇ ਸੀਗੇ ਵੀ ਸਜ਼ਾ ਦੇਵਾਂਗੇ ਅਸੀਂ, ਜਿਹੜੇ ਵੱਡੇ ਮਗਰਮੱਛ ਨੇ ਡਰੱਗਸ ਵਾਲੇ 4 ਹਫ਼ਤੇ 'ਚ ਖਤਮ ਕਰ ਦਿਆਂਗੇ। ਤੁਸੀਂ ਕਹਿੰਦੇ ਸੀਗੇ ਇਹ ਪੈੜ ਜਿਹੜੀ ਹੈ ਇਹ ਬਾਦਲਾਂ ਵੱਲ ਨੂੰ ਜਾਂਦੀ ਹੈ। ਇਹ ਮੇਰੇ ਵਰਡ ਨਹੀਂ ਹੈ, ਮੈਂ ਸੁਣਾ ਦੇਣਾ, ਸੁਣਾ ਦੇਣਾ। ਮੈਂ ਕਿਹਾ ਮੈਂ ਸੁਣਾ ਦੇਣਾ, ਮੇਰੇ ਕੋਲ ਤਾਂ ਬਹੁਤ ਕੁਝ ਪਿਆ, ਬਿਫੋਰ ਐਂਡ ਆਫਟਰ ਦੇਖੀ ਤੂੰ, ਮੈਂ ਕੱਢੂੰ। ਮੈਂ ਤੇ ਮੈਨੂੰ ਪਤਾ ਮੈਂ ਕੀ ਕਰ ਰਿਹਾ। ਰਿਕਾਰਡਿੰਗਸ ਤੁਸੀਂ ਹਾਈ ਕਮਾਂਡ ਨੂੰ ਨਹੀਂ ਦਿਖਾਉਂਦੇ? ਮੈਂ ਕਿਹਾ ਮੇਰੀ ਗੱਲ ਨੂੰ ਸੁਣ, ਟਵਿੱਟਰ ਦੇਖਦਾ ਨਹੀਂ, ਸਾਰੀ ਦੁਨੀਆ ਦੇਖਦੀ ਹੈ, ਤੇ ਕਮੇਟੀ ਕਿਉਂ ਬਣੀ, ਇਸੇ ਕਰਕੇ ਬਣੀ ਹੈ ਨਾ, ਪਤਾ ਹੈ ਨਾ, ਸਾਰਿਆਂ ਨੂੰ ਪਤਾ, ਲੋਕਾਂ ਕੋਲ ਜਾਣਾ ਨਾ ਕੀ ਕਹਿੰਦੇ ਨੇ ਸਿਸਟਮ ਦੀ। ਤੁਸੀਂ ਮੈਂ ਕਿਹਾ ਕੀ ਕਹਿੰਦੇ ਨੇ ਐਮਐਲਏ, ਕੀ ਕਹਿੰਦੇ ਨੇ ਐਮਪੀ, ਵੀ ਅਸੀਂ ਜਾਣ ਜੋਗੇ ਨਹੀਂ। ਕਿਉਂ ਬਈ 4.5 ਸਾਲ ਪਹਿਲਾਂ ਬਣੇ ਸੀ ਐਮਐਲਏ, ਸਮਝ ਗਿਆ ਨਾ ਜੀ। ਤੇ ਹੁਣ ਦੇਖ ਲੈ, ਤੂੰ ਤਾਂ ਥੱਲੇ ਲੋਕਾਂ ਨਾਲ ਗੱਲ ਕਰਦਾ ਨਾ, ਛੋਟੇ ਭਾਈ, ਹਾਂਜੀ ਤੇਰੇ ਵੀ ਮਾੜੇ ਚਿੱਟੇ ਵਾਲ ਆ ਗਏ, ਇਹ ਧੁੱਪ 'ਚ ਤਾਂ ਨਹੀਂ ਆਏ? ਹਾਂਜੀ ਆਏ। ਫਿਰ ਇਹ ਤੈਨੂੰ ਪਤਾ ਨਾ ਕਿ ਹਰੇਕ ਬੰਦਾ ਇਸ ਵਕਤ ਜ਼ਮੀਨ ਫਾੜ ਕੇ ਕੀ ਆਵਾਜ਼ ਕੱਢ ਰਿਹਾ, ਕਿਹਦੇ ਖਿਲਾਫ ਕੱਢ ਰਿਹਾ, ਇੱਕ ਬੰਦੇ ਦੇ ਖਿਲਾਫ ਕੱਢ ਰਿਹਾ ਜਾਂ ਸਾਰਿਆਂ ਦੇ ਖਿਲਾਫ ਕੱਢ ਰਿਹਾ, ਕੌਣ ਚਲਾਉਂਦਾ ਹੈ, ਕੌਣ ਕੰਟਰੋਲ ਕਰਦਾ ਹੈ। ਤੇ ਇਹ ਵਾਰੀਆਂ ਖੇਡਣ ਵਾਲੀ ਗੱਲ ਜਿਹੜੀ ਹੈ ਮੈਂ ਐਵੇਂ ਨਹੀਂ ਕਰ ਰਿਹਾ, ਦਿਖਦਾ ਹੈ ਕੋਈ ਐਡਾ ਬੱਚਾ ਹੈ ਕਿ ਇਹੋ ਜਿਹੀਆਂ ਗੱਲਾਂ ਕਰੂ। ਇੱਕ ਰਿਪੋਰਟਾਂ ਦੀ ਬੜੀ ਚਰਚਾ ਕਰਦੇ ਹੋ ਤੁਸੀਂ, ਐਸਟੀਐਫ ਤੇ ਐਸਆਈਟੀ ਦੀਆਂ ਰਿਪੋਰਟਾਂ। ਮੈਂ ਨਸ਼ੇ ਦੀ ਗੱਲ ਕਰ ਰਿਹਾ ਤੈਨੂੰ, ਮੈਂ ਕਿਹਾ ਪੀੜ੍ਹੀ ਨਾਸ਼ ਕਰਤੀ ਹੈ, ਇੱਕ ਪੀੜ੍ਹੀ ਖਤਮ ਕਰਨ ਦੀ ਕਗਾਰ ਤੇ ਆ ਗਈ। ਸੂਡੋਫਾਈਡਰੀਨ ਜਿਹੜੀ ਹੈ, ਮਤਲਬ ਸਿੰਥੈਟਿਕ ਡਰੱਗ ਦੇ ਉੱਤੇ ਲਿਆ ਕੇ ਪੀੜ੍ਹੀ ਖੜੀ ਕਰ ਦਿੱਤੀ ਹੈ। ਭਾਈ ਤੁਸੀਂ ਮਾੜਾ ਕੰਮ ਕਰਨ ਵਾਲੇ ਨੂੰ ਜਦ ਤੱਕ ਸਜ਼ਾ ਨਹੀਂ ਦਿਓਗੇ ਔਰ ਚੰਗਾ ਕਰਨ ਵਾਲੇ ਨੂੰ ਪਿੱਠ ਨਹੀਂ ਠੋਕੋਗੇ, ਸਿਸਟਮ ਤਬਾਹ ਹੋ ਜਾਣਗੇ। ਆਂਦੇ ਹੀ ਕਿਹਾ ਕਿ ਜੀ ਐਸੀ ਮਿਸਾਲੀ ਸਜ਼ਾ ਦਿਓ ਕਿ ਕੋਈ ਜ਼ੁਰਤ ਨਾ ਕਰੇ, ਜਿਵੇਂ ਸਿੰਗਾਪੁਰ 'ਚ ਪੂੜੀ ਵੇਚੇ, ਆਪਣੇ ਘਰ ਨੂੰ ਨਹੀਂ ਦਿਖਦਾ ਸਾਰੀ ਉਮਰ, ਨਾ ਉਹ ਮਰਨ ਦੇਣ, ਇੱਕ ਐਡੇ ਕਮਰੇ 'ਚ ਡੱਕ ਦਿੰਦੇ ਆ, ਉਦੋਂ ਬਾਅਦ ਬੰਦਾ ਨਹੀਂ ਲੱਭਦਾ। ਤੇ ਭਾਈ ਇਹ ਜੀ ਇੱਕ ਨੂੰ ਸਜ਼ਾ ਤਾਂ ਦਿਓ, 6 ਫੁੱਟ 4 ਇੰਚ ਦਾ ਇੱਕ ਡਰਾਉਣਾ ਤਾਂ ਟੰਗੋ, ਕਾਂ ਤਾਂ ਟੰਗੋ। ਭੋਲਾ ਉੱਚੀ ਚੀਕਾਂ ਮਾਰ ਕੇ ਸੜਕ ਦੇ ਉੱਤੇ ਸਟੇਟਮੈਂਟਾਂ ਦਿੰਦਾ, ਉਹ ਬਿੱਟੂ ਵਾਲਾ ਕਹਿੰਦਾ ਸਾਨੂੰ ਤਾਂ ਇਹਨੇ ਲਾਇਆ ਸੀ, ਸੱਤਾ ਪਿੰਦੀ ਇਹਦੇ ਘਰੇ ਰਹਿੰਦੇ ਸੀ, ਸਮਝੌਤੇ ਕਰਾਉਂਦਾ ਸੀ, ਸੈਂਡ ਮਾਈਨਿੰਗ ਇਹ ਕਰਦਾ ਸੀ ਹੈ। ਐਸਟੀਐਫ ਨੇ ਰਿਪੋਰਟ ਦਿੱਤੀ, ਕੋਈ ਜੂ ਨਹੀਂ ਰਹੀ, ਐਸਟੀਐਫ ਨੇ ਰਿਪੋਰਟ ਦਿੱਤੀ, ਹਾਈ ਕੋਰਟ ਦਿੱਤੀ, ਹਾਈ ਕੋਰਟ 'ਚ ਪਈ ਰਹੀ। ਕੋਈ ਮੇਰੇ ਵਰਗਾ ਹੋਰ ਬੰਦਾ ਜਿਹਨੂੰ ਦਰਦ ਸੀ ਉਹ ਜਾ ਕੇ ਉਹਨੇ ਖੜਕਾਇਆ ਦਰਵਾਜ਼ਾ ਵੀ ਇਹ ਕੀ ਹੋ ਰਿਹਾ ਜੀ। ਹਾਈ ਕੋਰਟ ਨੇ ਰਿਪੋਰਟ ਭੇਜੀ, ਕਹਿੰਦਾ ਐਕਸ਼ਨ ਲਓ ਸਰਕਾਰ ਨੂੰ। ਐਡਵੋਕੇਟ ਜਨਰਲ ਕਹਿੰਦਾ ਅਸੀਂ ਉੱਤੇ ਭੇਜਤੀ, ਸਿਸਟਮ ਕਹਿੰਦਾ ਮੈਂ ਤਾਂ ਪੜ੍ਹੀ ਨਹੀਂ, ਮੈਂ ਪੜ੍ਹੀ ਨਹੀਂ ਹੈ, ਮੈਂ ਪੜ੍ਹੀ ਉਹ ਸਟੇਟਮੈਂਟ। ਮਿਨਿਸਟਰ ਪ੍ਰੈਸ ਕਾਨਫਰੰਸ ਕਰ ਰਿਹਾ, ਚੀਕਾਂ ਮਾਰਦਾ ਨੈਸ਼ਨਲ ਚੈਨਲ, ਪੜ੍ਹੀ ਨਹੀਂ। ਇਹ ਸਿਸਟਮ ਇੱਕ ਨੋ, 2 ਪਰਿਵਾਰ, ਤੂੰ ਕਿਹੜਾ ਰੋਟੀ ਚੁੱਚੀ ਕਹਿੰਦਾ, 2 ਪਰਿਵਾਰ, ਸਿਸਟਮ ਕਹਿੰਦਾ ਨੋ। ਬੇਅਦਬੀ ਦੇ ਮਾਮਲੇ ਦੇ ਉੱਤੇ ਉਧੇੜ ਕੇ ਰੱਖਤਾ, ਮੈਂ ਟਾਈਮ ਦਿੱਤਾ ਪੂਰਾ, ਹਰ ਥਾਂ ਤੇ ਝੋਲੀ ਅੱਡੀ, ਕਦੇ ਵੋਟਾਂ ਨਹੀਂ ਮੰਗੀਆਂ ਜ਼ਿੰਦਗੀ 'ਚ, ਲੇਕਿਨ ਉਹ ਫਖਰ ਦੀ ਗੱਲ ਹੈ ਮੇਰੇ ਲਈ ਸਭ ਤੋਂ, ਕਿ ਮੈਂ ਝੋਲੀ ਅੱਡੀ ਉੱਥੇ, ਫਰਿਆਦ ਕੀਤੀ, ਤੱਥ ਰੱਖੇ, ਸਬੂਤ ਪੇਸ਼ ਕੀਤੇ। ਜਿਹੜੀ CCTV ਫੁਟੇਜ ਆ ਉਹ ਰਿਲੀਜ਼ ਕੀਤੀ, ਉਹਨਾਂ ਦੇ ਘਰੇ ਗਿਆ, ਉਹ ਮੇਰੇ ਘਰੇ ਆਏ, ਉਹਨਾਂ ਨੇ ਫਰਿਆਦ ਕੀਤੀ, ਉਹਨਾਂ ਨੇ ਗੁਹਾਰ ਲਾਈ ਹੈ। ਤੇ ਉਸ ਤੋਂ ਬਾਅਦ ਬਠਿੰਡੇ ਜਾ ਕੇ ਮੈਂ ਕਿਹਾ ਜੇ ਮੈਂ ਗੁਰੂ ਦਾ ਨਾ ਹੋ ਸਕਿਆ ਫਿਰ ਮੈਂ ਕਿਸੇ ਦਾ ਨਹੀਂ। ਬੜੀ ਬੁਰੀ ਲੱਗੀ ਉਹ ਗੱਲ, ਬੜੀ ਚੁਭੀ ਉਹ ਗੱਲ। ਭਾਈ ਮੈਨੂੰ ਐਂ ਦੱਸ, ਆਮ ਕਿਤੇ ਕਤਲ ਹੋ ਜੇ ਕਿਸੇ ਦਾ ਜਾਂ ਕਿਸੇ ਦੇ ਗੋਲੀ ਮਾਰੇ, ਉੱਥੇ ਸਿੱਟ ਬਣਦੀ? ਥਾਣੇਦਾਰ ਜਾਂਦਾ, ਪਰਚਾ ਦਰਜ ਕਰਾਉਂਦਾ, ਠੀਕ ਹੈ ਕਿ ਨਹੀਂ, ਤੇ ਕਾਰਵਾਈ ਹੁੰਦੀ ਹੈ। ਇਹ ਕਾਹਦੇ ਵਾਸਤੇ? ਸਭ ਤੋਂ ਟੌਪ ਪ੍ਰਾਇਰਟੀ ਮੁੱਦਾ ਜਿਹਨੂੰ ਸਭ ਤੋਂ ਵੱਧ ਅਹਿਮੀਅਤ ਦੇਣੀ ਚਾਹੀਦੀ ਸੀ, ਗੁਰੂ ਘਰ ਦਾ ਮੁੱਦਾ, ਜਿਹਦਾ ਮੈਂ ਕੂਕਰ ਹਾਂ ਔਰ ਮੇਰੀ ਵਫਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਠੀਕ ਹੈ। ਉਸ ਮੁੱਦੇ ਤੇ ਮੈਨੂੰ ਇੱਕ ਗੱਲ ਦੱਸ, ਉਸ ਮੁੱਦੇ ਤੇ ਤੁਸੀਂ ਕੀ ਕੀਤਾ? 6 ਮਹੀਨੇ 'ਚ ਤਾਂ ਕੁੰਭਕਰਨ ਉੱਠ ਖੜਦਾ ਸੀ, 4.5 ਸਾਲ ਬਾਅਦ ਕੁਰਸੀ ਵੇਲੇ ਯਾਦ ਆਈ, ਤੇ ਕੁਰਸੀ ਵੇਲੇ ਹੀ ਵਿਧਾਇਕਾਂ ਨੂੰ ਆਹ ਦੇਣਾ, ਨੌਕਰੀਆਂ ਦੇਣੀਆਂ ਯਾਦ ਆਈਆਂ, ਉਦੋਂ ਗਰੀਬ ਦੀ ਯਾਦ ਨਹੀਂ ਆਈ। ਕਿਉਂ ਬਈ? ਮੈਂ ਇਸ ਰਾਹ ਤੇ ਤੁਰਿਆ, ਮੇਰੇ ਪੁੱਤਰ ਨੇ ਜਿੱਦਣ ਉਹਨੂੰ ਅਸਿਸਟੈਂਟ ਐਡਵੋਕੇਟ ਜਨਰਲ ਦਾ ਉਹਦਾ ਤਾਂ ਹੀ ਭਗਾ ਕੇ ਮਾਰਿਆ ਸੀ, ਮੇਰੀ ਵਾਈਫ ਨੇ ਭਗਾ ਕੇ ਮਾਰਿਆ ਸੀ। ਕੀ ਉਦਾਹਰਨ ਪੇਸ਼ ਕਰਾਂਗੇ ਬਈ? ਜੇ ਸਾਡੇ ਤੇ ਜਿਹੜੇ ਭਰੋਸਾ ਕਰਦੇ ਆ, ਅਸੀਂ ਉਹਨਾਂ ਦੇ ਅੱਗੇ ਇੱਕ ਉਦਾਹਰਨ ਹੀ ਨਾ ਪੇਸ਼ ਕਰ ਸਕੇ ਤੇ ਲੋਕ ਭਰੋਸਾ ਕਿਹਦਾ ਕਰਨਗੇ? ਭਰੋਸਾ ਕਿਹਦੇ ਤੇ ਹੁੰਦਾ? ਦੇਖ ਛੋਟੇ ਭਾਈ, ਮੇਰਾ ਫਾਦਰ ਕਹਿੰਦਾ ਹੁੰਦਾ ਸੀਗਾ
ਕਿ ਮੈਨ ਆਫ ਜੀਨੀਅਸ ਆਰ ਐਡਮਾਇਰਡ। ਸਚਿਨ ਤੰਦੂਲਕਰ ਹੈ, ਅਮਰਤਿਆ ਸੇਨ ਨੇ, ਤੁਸੀਂ ਉਹਨੂੰ ਪ੍ਰਸ਼ੰਸਾ ਕਰਦੇ ਹੋ ਨਾ। ਮੈਨ ਆਫ ਪਾਵਰ ਆ ਫੀਅਰਡ। ਜਿਹੜਾ ਕੋਈ ਡੀਜੀਪੀ ਵਗੈਰਾ ਹੁੰਦਾ, ਅਗਲਾ ਕਹਿੰਦਾ ਯਾਰ ਕਿਤੇ ਕਟਾਈ ਨਾ ਦੇਵੇ, ਡਰਦਾ ਨਾ ਆਦਮੀ। ਬਟ ਮੈਨ ਆਫ ਕੈਰੈਕਟਰ ਆਰ ਟਰਸਟਿਡ। ਜਿਹੜੇ ਕਿਰਦਾਰ ਹੁੰਦੇ ਨੇ ਉਹਨਾਂ 'ਤੇ ਭਰੋਸਾ ਹੁੰਦਾ। ਇਹ ਭਰੋਸਾ ਟੁੱਟਣ ਨਹੀਂ ਦਿੱਤਾ ਨਵਜੋਤ ਸਿੰਘ ਸਿੱਧੂ ਨੇ। ਇਹ ਟੈਕਟਿਕ ਜਿਹੜੇ ਨੇ ਨਾ, ਹੁਣ 250 ਬੰਦੇ ਹਾਇਰ ਕਰਕੇ ਕੱਢੋ ਜੀ, ਗਾਲਾਂ ਕੱਢੋ। ਇਹਦੇ ਨਾਲ ਕੀ ਹੋ ਜੂ? ਉਹ ਇਹਦੇ ਨਾਲ ਕੀ ਹੋ ਜੂ? ਪੰਜਾਬ ਦੇ ਲੋਕਾਂ ਨੂੰ ਸਭ ਪਤਾ ਹੈ। ਇਹ ਤੇਰੇ ਹਰਾਮ ਦੇ ਪੈਸੇ ਚੱਲਣੇ ਨਹੀਂ। ਇਹ ਮਤਲਬ ਪਾਪ ਔਰ ਪਾਰਾ ਕੋਈ ਛੁਪ ਕੇ ਲੁੱਕ ਕੇ ਖਾ ਲੇ, ਕੋੜ ਬਣ ਕੇ ਫੁੱਟਦਾ ਹੈ। ਜਿਹੋ ਜਿਹਾ ਬੀਜ ਬੋਓਗੇ ਉਹ ਜਿਹਾ ਅੰਕੁਰ ਫੁੱਟੂ। ਜੇ ਕਿਤੇ 25 ਸਾਲ ਪਹਿਲਾਂ ਇਹ ਤੁਸੀਂ ਬੀਜ ਲਾਇਆ ਹੁੰਦਾ, ਪੇੜ ਲਾਇਆ ਹੁੰਦਾ, ਤੇ ਅੱਜ ਹਸਪਤਾਲਾਂ ਦੇ ਵਿੱਚ ਬੈੱਡ ਹੁੰਦੇ, ਨਰਸਾਂ ਨੂੰ ਰਹਿਣ ਨੂੰ ਥਾਂ ਹੁੰਦੀ, ਇੱਕ ਹੈਲਥ ਸਿਸਟਮ ਦਾ ਰਿਸਪੌਂਸ ਹੁੰਦਾ ਹੈ। ਆ ETT ਟੀਚਰਾਂ ਨੂੰ ਤਨਖਾਹ ਹੁੰਦੀ। ਅੱਜ ਤੁਸੀਂ ਲਾਸਟ 6 ਮਹੀਨਿਆਂ ਦੇ ਵਿੱਚ ਆ ਪੇ ਕਮਿਸ਼ਨ ਲਾਗੂ ਨਾ ਕਰਦੇ ਹੈ। ਪਹਿਲੇ ਦਿਨ ਲਾਗੂ ਹੁੰਦਾ ਇਹ, ਕਿਉਂ ਨਹੀਂ ਹੋਇਆ? ਤੇ ਜਦੋਂ ਇਹਨਾਂ ਨੇ ਗੁਰੂ ਦੀ ਬੇਅਦਬੀ ਦੇ ਉੱਤੇ ਕਿਹਾ ਵੀ ਇਹ ਲਾਸਟ 6 ਮਹੀਨਿਆਂ ਦੇ ਵਿੱਚ ਕਰਾਂਗੇ, ਸੁੱਤੇ ਪਏ ਰਹੇ। ਸਮਝਿਆ ਨਹੀਂ? ਇਹ ਸਿਸਟਮ ਵਾਲੇ 2 ਪਰਿਵਾਰ ਹੋਰ ਬਾਹਰ ਕੱਢ ਬਾਕੀ ਸਾਰਿਆਂ ਨੂੰ, ਬਾਕੀ ਉਹ ਤਾਂ ਕੰਟਰੋਲ ਕਰਦੇ ਆ, ਕਾਣਾ ਕਰਦੇ ਆ ਥੋੜ੍ਹਾ ਜਿਹਾ। ਐਂ ਜਿਵੇਂ ਮੇਰੇ ਪੁੱਤਰ ਨੂੰ ਦੇਤੀ ਆ ਜਾ ਬਈ, ਫਿਰ ਉਦੋਂ ਬਾਅਦ ਉਹ ਸ਼ੁਰੂ ਕਰਤਾ ਉਹਨੂੰ ਕੰਟਰੋਲ ਕਰਨਾ। ਸਮਝਿਆ? ਇਹਨਾਂ ਨੂੰ ਪਤਾ ਹੈ ਇਸ ਆਰਟ ਨੂੰ ਇਹਨਾਂ ਨੇ ਮਾਸਟਰ ਕੀਤਾ। ਫਿਰ ਮੈਂ ਕਿਹਾ ਮੈਂ ਹੁਣ ਇਸ ਸਿਸਟਮ ਨੂੰ ਨਕਾਰਦਾ। ਮੇਰੇ ਫੱਟਾ ਲਾਇਆ ਐਂ ਕਰਕੇ, ਇਹਨਾਂ ਨੇ ਐਂ ਫੱਟਾ ਲਾਇਆ। ਔਰ ਫੱਟਾ ਕੀ ਕਹਿੰਦਾ? ਫੱਟਾ ਕਹਿੰਦਾ ਮਿਨਿਸਟਰ ਫॉर ਰੀਨਿਊਏਬਲ ਐਨਰਜੀ ਐਂਡ ਪਾਵਰ। ਠੀਕ ਹੈ। ਤੇ ਇਹ ਮੇਰਾ ਦੋਸਤ ਆਇਆ, ਮੈਨੂੰ ਕਹਿੰਦਾ ਪਾਵਰ ਮਿਲ ਗਈ। ਮੈਂ ਕਿਹਾ ਓਏ ਚੁੱਪ। ਮੈਂ ਕਿਹਾ ਜਿਸ ਸਿਸਟਮ ਨੇ ਪੰਜਾਬ ਦੀ ਡਿਵੈਲਪਮੈਂਟ ਦਾ, ਪੰਜਾਬ ਦੇ ਵੈਲਫੇਅਰ ਦਾ ਹਰ ਪ੍ਰਸਤਾਵ ਠੁਕਰਾ ਦਿੱਤਾ, ਮੈਂ ਉਸ ਸਿਸਟਮ ਨੂੰ ਠੋਕਰ ਮਾਰਦਾ। ਆਈ ਰਿਜੈਕਟ ਇਟ। ਹੁਣ ਮੇਰੀ ਨਾ ਹੋਏ, ਦਰਸ਼ਨੀ ਘੋੜਾ ਨਹੀਂ ਬਣਾ ਕੇ ਰੱਖ ਸਕਦੇ ਤੁਸੀਂ। ਆਵਾਜ਼ ਚੁੱਕੂੰ, ਠੋਕ ਕੇ ਚੁੱਕੂੰ। ਕੋਠੀ ਉਸੇ ਦਿਨ ਖਾਲੀ ਕੀਤੀ। ਕੌਣ ਇੰਸਪੀਰੇਸ਼ਨ ਸੀ? ਮੈਂ ਤੈਨੂੰ ਉਦਾਹਰਣ ਦੀ ਗੱਲ ਕੀਤੀ। ਕੌਣ ਇੰਸਪੀਰੇਸ਼ਨ ਸੀ? ਗੁੱਦੜੀ ਵਾਲੇ ਬਾਬਾ ਜੀ ਕੌਣ ਨੇ? ਅਕਾਲੀ ਦਲ ਦੇ ਗਿਆਨੀ ਕਿਰਪਾਲ ਸਿੰਘ। ਇਹਨਾਂ ਨੇ ਤਾਂ ਜਾਇਦਾਦ ਬਣਾ ਲਈ। ਉਹ ਲੋਕ ਕਮਾਲ ਦੇ ਲੋਕ ਸੀ। ਉਹਨੂੰ ਕਿਹਾ ਵੀ ਭਾਈ ਤੁਹਾਡੀ ਮਿਆਦ ਮੁੱਕ ਗਈ। ਉਹਨੇ ਗੁੱਦੜੀਆਂ ਬੰਨੀ ਪੋਟਲੀ ਸੀ, ਕਹਿੰਦਾ ਭਾਈ ਮੇਰੇ ਕੋਲ ਤਾਂ 2 ਕੱਪੜੇ ਨੇ, ਚੱਲ ਚੱਲੀਏ। ਉਹਨੇ ਅੱਧੇ ਘੰਟੇ 'ਚ ਕੋਠੀ ਖਾਲੀ ਕਰਤੀ ਸੀ। ਕੋਠੀ ਕਰਕੇ ਵਾਪਸ ਆਇਆ। ਛੋਟੇ ਭਾਈ 1.5 ਸਾਲ ਰਾਤਾਂ ਨੂੰ ਸੁੱਤੇ ਨਹੀਂ, ਹਰ ਰੋਜ਼ ਮਿਹਨਤ ਕਰਦੇ ਰਹੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਚਿੰਤਨ ਕਰਦੇ ਰਹੇ। ਚਿੰਤਾ ਨਹੀਂ, ਚਿੰਤਨ ਕਰਦੇ ਰਹੇ, ਮੰਥਨ ਕਰਦੇ ਰਹੇ। ਐ ਮਧਾਣੀ ਦੇ ਵਿੱਚ ਪਾਣੀ ਨੂੰ ਐਂ ਕਰੀ ਜਾ, ਕੁਛ ਨਹੀਂ ਨਿਕਲਦਾ। ਦੁੱਧ ਨੂੰ ਐਂ ਕਰੀ ਜਾ, ਮੱਖਣ ਨਿਕਲੂਗਾ। ਨਿਕਲਿਆ ਮੱਖਣ। ਮੈਂ ਫਿਰ ਕਹਿ ਰਿਹਾ ਨਿਕਲਿਆ ਮੱਖਣ। ਔਰ ਮੈਂ ਡੰਕੇ ਦੀ ਚੋਟ ਤੇ ਅੱਜ ਅਨਾਉਂਸ ਕਰਦਾ ਕਿ ਪੰਜਾਬ ਨੂੰ ਨਾ ਗੁਜਰਾਤ ਮਾਡਲ ਚਾਹੀਦਾ, ਪੰਜਾਬ ਨੂੰ ਨਾ ਦਿੱਲੀ ਮਾਡਲ ਚਾਹੀਦਾ, ਪੰਜਾਬ ਨੂੰ ਪੰਜਾਬ ਮਾਡਲ ਚਾਹੀਦਾ। ਆਲਮੋਸਟ ਆਲ ਐਬਸਰਡਿਟੀ ਆਫ ਕੰਡਕਟ ਅਰਾਈਜ਼ਸ ਵਨ ਪੀਪਲ ਇਮੀਟੇਟ ਅਦਰ। ਜੋ ਤੁਸੀਂ ਇਹਦੀ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ, ਦੂਸਰਾ ਤੁਸੀਂ ਬਣ ਨਹੀਂ ਪਾਉਂਦੇ ਤੇ ਤੁਹਾਡੀ ਖੁਦ ਦੀ ਕੋਈ ਹੈਸੀਅਤ ਰਹਿੰਦੀ ਨਹੀਂ। ਇਹ ਦੇਖਿਆ ਫਿੰਗਰਪ੍ਰਿੰਟ? 2 ਫਿੰਗਰਪ੍ਰਿੰਟ 2 ਲੋਕਾਂ ਦੇ ਸੇਮ ਨਹੀਂ ਹੈਗੇ ਇਸ ਧਰਤੀ ਤੇ। ਇਹ ਪੰਜਾਬ ਹੈ, ਦੁਨੀਆ ਨੂੰ ਸੇਧ ਦੇਣ ਵਾਲਾ, ਮੱਸੇ ਰੰਗੜ ਦੇ ਅੱਗੇ ਖੜਨ ਵਾਲਾ, ਅਹਿਮਦ ਸ਼ਾਹ ਅਬਦਾਲੀ ਤੋਂ ਨਾ ਦਬਣ ਵਾਲਾ। ਤੈਨੂੰ ਲੱਗਦਾ ਗੁਰੂਆਂ ਪੀਰਾਂ ਦੀ ਇਹ ਧਰਤੀ, ਇਹ ਗੁਰੂਆਂ ਪੀਰਾਂ ਦੀ ਧਰਤੀ ਝੁਕ ਜੂਗੀ ਕਦੇ? ਮਤਲਬ ਹੀ ਨਹੀਂ। ਇਹ ਫਿਰ ਉੱਠੂ, ਇਹਦਾ ਪੁਨਰਥਾਨ। ਮੈਂ ਕਹਿੰਦਾ ਕਿੰਨੇ ਹੀ ਪਰਵਾਨਿਆਂ ਵਾਂਗ ਸਿੱਧੂ ਆਉਣਗੇ। ਹੈ ਇਸ਼ਕ ਜਿਨਕੋ ਹੈ ਵਤਨ। ਦੇਖੋ ਜਿਹੜਾ ਕੋਈ ਮੈਨੂੰ ਸਮਝੂਗਾ, ਜੇ ਕਿਸੇ ਨੇ ਇਸ਼ਕ ਕੀਤਾ, ਇਸ਼ਕ ਦਾ ਮਤਲਬ ਹੈ ਬਗੈਰ ਮੰਗੇ ਪਿਆਰ। पंजाब ना इश्क है, इश्क जिनको है वतन से खुद ही को मिटाते चलेंगे। शम्मा महफिल में जलती रहेगी, परवाने सिद्धू जैसे और भी आते रहेंगे। ये अलख जागी है, ये अलख जागी है लोगों च। तैनूं मैं दसां जवाब मंगणगे लोग, सवाल करनगे लोग। ये किहदे ਲਈ ਡਰਾਉਣੇ ਹੋ? ਅੱਜ ਤਾਂ 5-6 ਇਲੈਕਸ਼ਨ ਜਿੱਤੀ ਪਰ ਕੋਈ ਫਿਕਰ ਹੀ ਹੈ ਨਹੀਂ। ਪਰ ਤੁਹਾਡੇ ਵਿਰੋਧੀ ਜਿਹੜੇ ਨੇ ਬੜੇ ਕੌਨਫੀਡੈਂਟ ਨੇ, ਉਹ ਕਹਿ ਰਹੇ ਨੇ ਕਿ ਸਿੱਧੂ ਜੀ ਪਹਿਲਾਂ ਬਹੁਤ ਸ਼ਾਂਤ ਰਹੇ, ਹੁਣ ਇਲੈਕਸ਼ਨ ਦੇ ਨੇੜੇ ਆ ਕੇ ਅੱਛਾ ਇਹ ਜਿਹੜੀਆਂ ਗੱਲਾਂ ਉਹਨੂੰ ਪੁੱਛਣਾ, ਹਾਂਜੀ ਸੁੱਖੇ ਗੱਪੀ ਨੂੰ ਪੁੱਛ, ਉਹੀ ਕਹਿੰਦਾ ਹੋਣਾ। ਉਹਨੂੰ ਪੁੱਛ ਕਿ ਇਹ ਸ਼ੁਰੂ ਤੋਂ ਲੈ ਕੇ, ਇਹ ਪਹਿਲੀ ਕੈਬਨਿਟ ਤੋਂ ਲੈ ਕੇ ਇਹ ਕੌਣ ਕਰ ਰਿਹਾ ਸੀ? ਕੋਈ ਹੋਰ ਆਵਾਜ਼ ਉੱਠੀ? ਤੇਰੀ ਉੱਠੀ ਹੈ? ਕੀ ਕੌਣ ਕਰ ਰਿਹਾ ਸੀ? ਤੂੰ ਤਾਂ ਆ ਕੇ ਉਹ ਅਚਾਰ ਵਾਲਾ ਪਰੌਂਠਾ ਖਾਣ ਲੱਗ ਗਿਆ ਸੀ, ਉੱਥੇ ਡਰਾਮਾ ਕਰਨ ਲੱਗ ਗਿਆ ਸੀ, ਉੱਥੇ ਪੁਲ ਦੇ ਉੱਤੇ ਬਹਿ ਗਿਆ ਸੀ। ਹੈਂ ਤੈਨੂੰ 17 ਸੀਟਾਂ 'ਤੇ ਕਿਉਂ ਖੜਾ ਕਰਤਾ? ਦੱਸ ਨਾ, ਪੁੱਛ ਰਿਹਾ ਇਹਨੂੰ ਕਿਉਂ ਖੜਾ ਕਰਤਾ? ਤੁਹਾਨੂੰ ਆਪਣੇ ਪਰਿਵਾਰ ਤੋਂ ਇਲਾਵਾ ਸੁਝਿਆ ਕੁਝ? ਸਾਡੀ ਗੱਲ ਕਰਦੇ ਹੋ? ਹੈਂ ਸਵਾਲ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਇਹ ਗੱਲਾਂ ਕਰਨੀਆਂ ਪੈਣਗੀਆਂ। ਇਹ ਨਿੱਜੀ ਲੜਾਈ ਨਹੀਂ ਹੈ, ਇਹ ਵਿਚਾਰਧਾਰਾ ਦੀ ਲੜਾਈ ਹੈ। ਵਿਚਾਰਧਾਰਾ ਨਾਲ ਪੰਜਾਬ ਦੇ ਲੋਕਾਂ ਨੂੰ ਅਵੇਅਰ ਕਰਨ ਦੀ ਲੜਾਈ ਹੈ, ਅਲਖ ਜਗਾਉਣ ਦੀ ਲੜਾਈ ਹੈ ਵੀ ਆਹ ਇੱਦਾਂ ਬੇਵਕੂਫ ਬਣਾਉਂਦੇ ਰਹਿੰਦੇ ਆ। ਇਹ ਖੁੱਲ੍ਹ ਗਿਆ ਭੇਦ ਖੁੱਲ੍ਹ ਗਿਆ ਮਿੱਤਰਾ।
ਇਸ ਕਰਕੇ ਇਹ ਨਿੱਜੀ ਲੜਾਈ ਬਣਾਉਂਦੇ, ਕਿਤੇ ਪੋਸਟਰ ਲਾਤੇ, ਕਿਤੇ ਆਹ ਲਾਤਾ। ਇੱਕ ਬੰਦਾ ਪੋਸਟਰ ਲਾ ਜਾਂਦਾ, ਉਦੋਂ ਹੀ ਖਬਰ ਬਣਾਉਂਦੇ, ਉਦੋਂ ਹੀ ਉਹ TRPਆਂ ਚਲੀ। ਕੀ ਹੈ ਉਹ ਪੋਸਟਰ? ਅੱਗੇ ਪੋਸਟਰਾਂ ਨੇ ਜਿਤਾਇਆ ਸਾਨੂੰ, ਦਿਲਾਂ 'ਚ ਲਾ ਪੋਸਟਰ, ਕਰਮ ਕਰ, ਮੇਰੇ ਨਾਲ ਇਲੈਕਸ਼ਨ। ਉਹ ਭਾਈ ਇਹਦਾ ਗੁਰੂ ਦੀ ਬੇਅਦਬੀ ਨਾਲ ਕੀ ਕੰਸਰਨ ਹੈ? ਸਿੱਧੂ ਲਈ ਦਰਵਾਜ਼ੇ ਬੰਦ। ਕੌਣ ਹੈ? ਹੂ ਆਰ ਯੂ? ਕੀ ਉਹੀ ਬੰਦੇ ਹੋ ਤੁਸੀਂ ਜਿਹੜੇ ਆਪਣੀ ਜ਼ਮਾਨਤ ਜ਼ਬਤ ਕਰਾ ਕੇ 3 ਇਲੈਕਸ਼ਨ ਹਾਰ ਕੇ 786 ਵੋਟਾਂ ਲੈ ਕੇ ਦੌੜਦੇ ਭੱਜਦੇ ਬਗੈਰ ਕਿਸੇ ਟਿਕਟ ਦੇ ਦੌੜਦੇ ਭੱਜਦੇ ਸੋਨੀਆ ਮੈਡਮ ਕੋਲ ਗਏ ਸੀਗੇ ਤੇ ਤੁਹਾਨੂੰ 6 ਮਹੀਨਿਆਂ 'ਚ ਉਹਨਾਂ ਨੇ ਪ੍ਰਧਾਨ ਬਣਾ ਦਿੱਤੀ? ਕਿੱਥੇ ਟਕਸਾਲੀ ਸੀ ਤੁਸੀਂ? ਹੈਂ? ਚੰਦੂ ਮਾਜਰਾ ਸਾਹਿਬ ਤੋਂ ਹਰੇ ਤੁਸੀਂ ਇੱਥੇ ਡਾਊਨ ਕੁਆਟਰੋਂ। ਤੁਹਾਨੂੰ ਇਸੇ ਹਾਈ ਕਮਾਂਡ ਨੇ ਬਣਾਇਆ, ਇਸੇ ਹਾਈ ਕਮਾਂਡ ਨੇ ਬਣਾਇਆ। ਸੁਣ, ਇਸੇ ਹਾਈ ਕਮਾਂਡ ਨੇ ਬਣਾਇਆ। ਕਿਹੜੇ ਮੂੰਹ ਨਾਲ ਬੋਲਦਾ? ਮੈਂ ਤਾਂ ਰਾਜ ਸਭਾ ਛੱਡ ਕੇ ਆਇਆ ਸੀ, ਅੱਜ ਤੱਕ ਇਲੈਕਸ਼ਨ ਨਹੀਂ ਹਾਰਿਆ। ਕੌਣ ਹੈ ਬਈ? ਹੂ ਆਰ ਯੂ? ਹੂ ਆਰ ਯੂ? ਆਰ ਯੂ ਦੀ ਹਾਈ ਕਮਾਂਡ? ਆਰ ਯੂ ਦਾ ਕਾਂਗਰਸ? ਉਹਨਾਂ ਨੇ ਲਲਕਾਰਾ ਮਾਰਿਆ ਕਿ ਪਟਿਆਲੇ ਆ ਕੇ ਲੜੋ ਸਾਡੇ। ਕਿਉਂ ਲਲਕਾਰਾ ਮਾਰਿਆ? ਗੁਰੂ ਦੀ ਬੇਅਦਬੀ ਦੀ ਗੱਲ ਕਰਦੇ, ਉਹ ਤੇ ਜਵਾਬ ਹੈ ਨਹੀਂ ਅੱਜ ਤੱਕ ਦਿੱਤਾ ਹੈ। ਤੇ ਉਦੋਂ ਬਾਅਦ ਹੋਰ ਉਹਦੇ ਨਾਲ ਝੂਠ ਬੋਲਿਆ, ਮੀਟਿੰਗਾਂ ਕਰਦਾ। ਕਿਹੜੀ ਮੀਟਿੰਗ ਹੈ? ਦੇ ਪ੍ਰੂਫ। ਫਿਰ ਕਦੇ ਕਿਸੇ ਨੂੰ ਡਰਾਵਾ, ਕਦੇ ਕਿਸੇ ਨੂੰ ਡਰਾਵਾ। ਉਹ ਮੁੱਦੇ ਤੇ ਆ ਨਾ ਮਿੱਤਰਾ। ਮੈਂ ਕਹਿਣਾ ਔਰ ਠੋਕ ਕੇ ਕਹਿਣਾ, ਕੈਪਟਨ ਅਮਰਿੰਦਰ ਸਿੰਘ ਜੀ, ਮੇਰੀ ਤੁਹਾਡੇ ਨਾਲ ਕੋਈ ਪਰਸਨਲ ਲੜਾਈ ਨਹੀਂ। ਮਹਾਰਾਜ ਇਸ ਏਜੰਡੇ ਨੂੰ ਪੂਰਾ ਕਰੋ, ਇਸ ਏਜੰਡੇ ਦੀ ਗੱਲ ਕਰੋ, ਬਗੈਰ ਪੋਸਟ, ਬਗੈਰ ਤਨਖਾਹ ਲਿੱਤੇ 24 ਘੰਟੇ ਤੁਹਾਡੇ ਨਾਲ ਕੰਮ ਕਰੂੰਗਾ। ਫਿਰ ਸਿਸਟਮ ਨੂੰ ਮੇਰੀ ਯਾਦ ਆਉਂਦੀ ਹੈ ਇਲੈਕਸ਼ਨ ਦੇ ਵੇਲੇ, ਚਾਹ ਪੀਣਾ ਹੋ ਜੀ। ਕਿਉਂ ਬਈ? ਮੇਰੇ ਸੁਰਖਾਬ ਦੇ ਪਰ ਲੱਗੇ 1.5 ਸਾਲ 'ਚ। ਕਿਉਂ ਚਾਹ ਪੀਣੀ ਹੈ ਬਈ? ਨਾ 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 ਨਾ, ਖਾਣਾ ਖਾਓ ਜੀ। ਮੈਂ ਕਿਹਾ ਕਿਉਂ ਨਜ਼ਦੀਕੀਆਂ? ਕਿਉਂ ਕੰਪੇਨ ਕਰਾਉਣੀ ਹੈ? ਫਿਰ ਮਾਈਨਿੰਗ ਕਰਨੀ ਹੈ, ਫਿਰ ਮਾਈਨਿੰਗ ਚਲਾਉਣੀ ਹੈ। ਬਾਕੀਆਂ ਨੂੰ ਥੋੜ੍ਹਾ ਜਿਹਾ ਐਂ ਕਰਕੇ ਹੈਂ, ਫਿਰ ਸਾਰੇ ਪੰਜਾਬ ਦੇ ਖਜ਼ਾਨੇ ਨੂੰ ਢਾਹ। ਕੌਣ ਚਲਾਉਂਦਾ ਇਹ? ਹੈਂ? ਮੇਰੀ ਗੱਲ ਨੂੰ ਤਾਂ ਸਮਝਣਾ। ਤੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਸ਼ੋਅ ਪੀਸ ਬਣਾ ਖੜਾ ਕਰਨਾ ਉੱਥੇ? ਇਹ ਨਹੀਂ ਹੋਣਾ। ਇਹ ਪੰਜਾਬ ਮਾਡਲ ਲੋਕਾਂ ਤੱਕ ਜਾਏਗਾ, ਅਲਖ ਜਗਾਏਗਾ। ਇਹ ਮੇਰਾ ਕੋਈ ਪੇਟੈਂਟ ਨਹੀਂ ਹੈ, ਕਾਪੀਰਾਈਟ ਨਹੀਂ ਹੈ। ਇਹ ਪੰਜਾਬ ਦੇ ਲੋਕਾਂ ਦਾ, ਜਿਹੜੀ ਚੀਜ਼ ਉਹਨੂੰ ਚੰਗੀ ਲੱਗੇ ਚੱਕਣ, ਪਰ ਇਹ ਲਾਗੂ ਹੋਏਗਾ। ਇਹਦੇ ਬਿਨਾਂ ਲੀਹ ਤੋਂ ਉਤਰਿਆ ਨਹੀਂ ਜਾਣਾ। ਲੋਕਾਂ ਨੇ ਸਵਾਲ ਕਰ ਮਾਰ ਦੇਣਾ, ਦੱਸੋ ਕਿ ਇਨਕਮ ਕਿੱਥੋਂ ਹੈ? ਨੌਕਰੀਆਂ ਇੰਨੀਆਂ ਦੇ ਦੇਵਾਂਗੇ ਜੀ, 25 ਲੱਖ ਦੇ ਦੇਵਾਂਗੇ, 26 ਲੱਖ ਦੇ ਦੇਵਾਂਗੇ। ਪੱਲੇ ਨਹੀਂ ਧੇਲਾ ਕਰਦੀ ਮੇਲਾ ਭਾਈ, ਕਿੱਥੋਂ ਪੈਸੇ ਆਉਣਗੇ? ਦੱਸੇ ਨਾ ਕੋਈ। ਇਹ 13 ਤੋਂ ਇੰਸਪਾਇਰਡ, ਮੇਰੇ ਬਾਬਾ ਨਾਨਕ ਤੋਂ ਇੰਸਪਾਇਰਡ। ਮੈਂ ਧੂੜੀ ਚੱਕ ਕੇ ਐਂ ਲਾਉਣਾ ਮੱਥੇ ਨੂੰ, ਕਦੇ ਕਦੇ ਸਾਫੇ ਸਿੱਟ ਲੈਣਾ, ਕਦੇ ਕਦੇ ਸ਼ਮਸ਼ਾਨ ਜਾ ਕੇ ਬਹਿਣਾ ਵੀ ਇੱਥੇ ਆਉਣਾ ਹੈ। ਮੇਰੀ ਮਾਂ ਕਹਿੰਦੀ ਹੁੰਦੀ ਸੀ, ਜਾਇਆ ਕਰ ਪੁੱਤਰ, ਕਰਮਾਂ ਨੇ ਜਾਣਾ ਨਾਲ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ। ਇਹ ਕੋਈ ਕਾਸਟਿਸ ਰਿਮਾਰਕ ਨੇ ਨਹੀਂ ਜਾਣਾ। ਮੇਰੀ ਗੱਲ ਨੂੰ ਸਮਝ ਲੈ, ਇਹ ਲੋਕਾਂ ਨੂੰ ਵੰਡਣ ਨਾਲ ਨਹੀਂ ਜਾਣਾ। ਪਰ ਤੁਸੀਂ ਜਦੋਂ ਮੰਤਰੀ ਅਹੁਦਾ ਛੱਡਿਆ, ਜੇ ਤੁਸੀਂ ਗਵਰਨਮੈਂਟ 'ਚ ਰਹਿੰਦੇ, ਮੈਂ ਤੈਨੂੰ ਜਵਾਬ ਦਿੱਤਾ ਨਹੀਂ ਕਿ ਜਿਸ ਸਿਸਟਮ ਨੇ ਮੇਰਾ ਹਰ ਪ੍ਰਸਤਾਵ ਠੁਕਰਾ ਤਾ, ਮੈਂ ਉਹਨੂੰ ਠੁਕਰਾਣਾ। 2 ਸਾਲ ਸਿਸਟਮ 'ਚ ਰਹਿ ਕੇ ਲੜਨਾ ਜ਼ਿਆਦਾ ਵਧੀਆ। ਕਿਉਂ ਲੜਿਆ ਨਹੀਂ? 2.5 ਸਾਲ ਜਿਹੜਾ ਤੈਨੂੰ ਦੱਸਿਆ ਮੈਂ ਏਜੰਡਾ, ਇਹ ਕਿਹਨੂੰ ਦੱਸ ਰਿਹਾ ਮੈਂ ਮਿੱਤਰਾ? ਇਹ ਕੀ ਹੈ? ਜਦੋਂ ਕੋਈ ਕੰਟਰੋਲ ਇਹੋ ਜਿਹਾ ਕਰੇ ਕਿ ਭਾਈ ਇਹਦਾ ਕੰਮ ਹੀ ਨਹੀਂ ਹੋਣ ਦੇਣਾ, ਸੁਣਨੀ ਹੋ ਨਹੀਂ, ਤੇ ਕੀ ਕਰਨਾ ਫਿਰ? ਮੈਂ ਪਾਪਾਂ ਦਾ ਭਾਗੀ ਨਹੀਂ ਹਾਂ, ਸਮਝਿਆ? ਮੈਂ ਪਾਪਾ ਦਾ ਮੈਂ ਰੌਲਾ ਇੰਨਾ ਕੁ ਪਾਇਆ, ਹਰ ਥਾਂ ਦੇ ਉੱਤੇ ਇੰਨੀ ਕੁ ਆਵਾਜ਼ ਚੁੱਕੀ ਹੈ ਕਿ ਕੋਈ ਨਹੀਂ ਕਹਿ ਸਕਦਾ। ਇਹ ਤੁਹਾਡੀ ਕੋਈ ਫਾਈਲ, ਤੁਹਾਡੇ ਨਜ਼ਦੀਕੀਆਂ ਦੀ ਫਾਈਲਾਂ ਦੀ ਗੱਲ ਹੋ ਰਹੀ ਸੀ ਬੋਲੇ ਕਰ ਲਓ। ਮੈਂ ਕੀ ਕਿਹਾ? ਮੋਸਟ ਵੈਲਕਮ, ਡੂ ਯੋਰ ਬੈਸਟ। ਪ੍ਰਗਟ ਸਿੰਘ ਕਹਿ ਰਹੇ ਮੈਨੂੰ ਧਮਕੀਆਂ ਆ ਰਹੀਆਂ। ਤੇ ਫਿਰ ਉਹਨੂੰ ਪੁੱਛਣਾ ਕਿ ਕਿਉਂ ਬਈ ਇਹ 25,000 ਕਰੋੜ ਰੁਪਈਆ ਜਿਹੜਾ ਜਾਂਦਾ, ਕਿੱਥੇ ਜਾਂਦਾ? ਇਹਦੇ ਬਾਰੇ ਦੱਸਣਾ। ਬਾਦਲਾਂ ਤੇ ਕਾਰਵਾਈ ਕਰਨਾ, ਕਿੱਥੇ ਜਾਂਦਾ? ਇਹ ਤੇ ਇਹੀ ਦੱਸ ਸਕਦੇ ਆ ਜਿਹੜਾ ਸਿਸਟਮ ਚਲਾਉਂਦੇ ਆ। ਭਾਈ ਬਾਦਲਾਂ ਤੇ ਕਿਉਂ ਕਾਰਵਾਈ ਨਹੀਂ ਕੀਤੀ? ਡਰੱਗਸ ਤੇ ਕਿਉਂ ਕਾਰਵਾਈ ਨਹੀਂ ਕੀਤੀ? ਗੁਰੂ ਦੀ ਬੇਅਦਬੀ ਤੇ ਕਿਉਂ ਕਾਰਵਾਈ ਨਹੀਂ ਕੀਤੀ? ਸੈਂਕੜਾਂ ਕਰੋੜ ਦੀ ਐਕਸਾਈਜ਼ ਚੋਰੀ ਹੁੰਦੀ ਹੈ, ਬੋਤਲਾਂ ਨਿਕਲਦੀਆਂ ਨੇ, ਕਿਹੜੇ ਰੇਟਾਂ ਤੇ ਵਿਕਦੀਆਂ ਨੇ? ਹੈਂ? ਉਹ ਸਕੈਮਾਂ ਦੇ ਕੀ ਹੈ? ਕਿੰਨੇ ਕੌਣ ਕਰੂਗਾ? ਨਾਲ ਖੜੇ ਨੇ? ਕਿੰਨੇ ਵਿਧਾਇਕ ਤੁਹਾਡੇ ਨਾਲ ਖੜੇ? ਇਹ ਮੁੱਦਾ 78 ਦੇ 78 ਵਿਧਾਇਕ ਮੇਰਾ ਪਰਿਵਾਰ ਨੇ, ਮੇਰਾ ਧੜਾ ਨਹੀਂ। ਉਹ ਤਾਂ ਸੀਐਮ ਸਾਹਿਬ ਨਾਲ ਮੀਟਿੰਗਸ ਵੀ ਕਰ ਰਹੇ। ਮੈਂ ਕਿਹਾ ਫਿਰ ਕੀ ਹੋ ਗਿਆ? ਮੀਟਿੰਗਾਂ ਤਾਂ ਪਹਿਲਾਂ ਵੀ ਕਰਦੇ ਸੀਗੇ, ਫਿਰ ਕੀ ਹੋ ਜੂ? ਤੁਸੀਂ ਅੰਮ੍ਰਿਤਸਰ ਐਮਪੀ ਦੀ ਗੱਲ ਕੀਤੀ, ਉਹ ਤਾਂ ਕੈਪਟਨ ਸਾਹਿਬ ਦੇ ਨਾਲ। ਮੈਂ ਕਿਹਾ ਮੇਰੀ ਇੱਕ ਗੱਲ ਨੂੰ ਸੁਣ। ਹਾਂਜੀ, ਮੇਰੀ ਇੱਕ ਗੱਲ ਨੂੰ ਸੁਣ। ਫਿਰ ਕਿਉਂ ਕਹਿੰਦੇ ਸੀਗੇ ਵੀ ਬਾਦਲ, ਇਹ ਕਿਸੇ ਐਮਪੀ ਦੀ ਗੱਲ ਹੈ ਵੀ ਭਾਈ ਬਾਦਲ ਚਲਾਉਂਦੇ ਨੇ ਸਰਕਾਰ? ਐਮਪੀਓ ਕਹਿ ਰਹੇ ਨੇ, ਐਮਐਲਏ ਕਹਿ ਰਹੇ ਨੇ ਵੀ ਸਾਡਾ ਜਾਣਾ ਔਖਾ ਹੋਇਆ। ਮੈਂ ਕਹਿ ਰਿਹਾ ਇਹ ਧੜੇ ਬਣਾਉਣ ਦੀ ਗੱਲ ਹੈ। ਫਿਰ ਇਹ ਮੀਟਿੰਗ ਕਿਉਂ ਬੁਲਾਈ ਉੱਥੇ? ਫਿਰ ਸੀ ਵੋਟਰ ਦਾ ਜਿਹੜਾ ਸਰਵੇ ਆਇਆ ਉਹ ਕੀ ਕਹਿੰਦਾ? ਫਿਰ ਪੰਜਾਬ ਦੇ ਲੋਕ ਗਾਲਾਂ ਕਿਉਂ ਕੱਢਦੇ ਆ? ਕਿਉਂ? ਲੋਕਾਂ ਨੇ ਜਿਤਾਉਣਾ ਹੈ। ਲੋਕ ਕੀ ਕਹਿੰਦੇ ਉਹ ਦੇਖ ਨਾ। ਵਿਧਾਇਕ 4.5 ਸਾਲ ਪਹਿਲਾਂ ਬਣੇ ਸੀ। ਮੈਂ ਕੀ ਕਹਿੰਦਾ? ਮੇਰਾ ਕੋਈ ਧੜਾ ਨਹੀਂ। ਜੇ ਮੇਰਾ ਧੜਾ ਹੁੰਦਾ ਮੈਂ 10 ਬੰਦਿਆਂ ਦੇ ਅੱਗੇ ਖੜਾ ਆਉਂਦੇ ਆ, ਕਹਿੰਦੇ ਡਿਸੀਡੈਂਟ।
डिसीडेंट ਉਹ ਜਿਹੜਾ ਸੱਚ ਦੀ ਆਵਾਜ਼ ਬੁਲੰਦ ਕਰੇ ਉਹ डिसीडेंट ਭਾਈ ਸਾਡਾ ਕੋਈ ਧੜਾ ਨਹੀਂ 78 MLA ਮੇਰਾ ਧੜਾ ਹੈ ਮੇਰੇ ਖਿਲਾਫ ਕੋਈ ਕੁਝ ਬੋਲੀ ਜਾਵੇ ਕਾਂਗਰਸ ਚੋਂ ਮੈਂ ਕਦੇ ਆਵਾਜ਼ ਕੱਟ ਚੱਕੀ 10 ਨਾ ਲੈ ਬੇਟਾ ਨਾ ਲੈ ਕਿ ਕੋਈ ਮੇਰੇ ਖਿਲਾਫ ਬੋਲਿਆ ਹੋਵੇ ਬੁਲਾਉਂਦੇ ਆ ਕਈ ਤਾਂ ਮੈਨੂੰ ਸ਼ਾਮ ਨੂੰ ਫੋਨ ਕਰਕੇ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਸਰ PRO ਨੇ ਭੇਜਤਾ ਸਾਡਾ ਤਾਂ ਮਹਾਰਾਜ ਸਾਨੂੰ ਬਖਸ਼ੋ ਸਾਨੂੰ ਤਾਂ ਪਤਾ ਹੀ ਨਹੀਂ ਹੈ ਸਾਨੂੰ ਤਾਂ ਪਤਾ ਨਹੀਂ ਹੈ ਉੱਪਰ ਦੱਸ ਕੇ ਆਉਂਦੇ ਉਹ ਮਹਾਰਾਜ ਕਹਿੰਦਾ ਇਹ ਆ ਕੁਝ ਚੱਲ ਰਿਹਾ ਇਹ ਪੋਲਿਟਿਕਸ ਆ ਓਏ ਹੈ ਉਹੀ ਕਹਿ ਦੋ ਵਾਰੀ ਖੇਡਣੀ ਹੈ ਤੇ ਮੇਰਾ ਕੀ ਖੋਲੋਗੇ ਮੈਂ ਮੰਗਿਆ ਕੀ ਇਹਦੇ ਤੋਂ ਮੈਂ ਤਾਂ ਸਾਰਾ ਕੁਝ ਵਾਰਤਾ ਹੈ ਤੁਸੀਂ ਮੇਰੇ ਮਗਰ ਫਿਰਦੇ ਹੋ ਆਹ ਉਹਦਾ ਲੈ ਲਾ ਉਹਦਾ ਲੈ ਲਾ ਮੈਂ ਤੁਹਾਨੂੰ ਕਹਿੰਦਾ ਉਹਦੇ ਦੀ ਗੱਲ ਹੀ ਨਹੀਂ ਮੈਂ ਤੁਹਾਨੂੰ ਕਹਿੰਦਾ ਉਹਦੇ ਦੀ ਗੱਲ ਹੀ ਨਹੀਂ ਕਰ ਏਜੰਡਾ ਪੂਰਾ ਲੈ ਚੱਲ ਓਕੇ ਮੈਂ ਕਹਿੰਦਾ ਲਾਖ ਸਾਈਜ਼ ਮਿੱਤਰ ਪਿਆਰੇ ਲਾਖ ਸਾਈਜ਼ ਵਧਾ ਇਨਕਮ ਮੈਂ ਬਗੈਰ ਉਹਦੇ ਕੰਮ ਕਰੂੰਗਾ ਪਾਲਿਸੀ ਬਣਾ ਕੇ ਰਾਤ ਦਿਨ 24 ਘੰਟੇ ਕੰਮ ਕਰੂੰਗਾ ਬੰਦ ਕਰ ਬੱਸਾਂ ਮਿੱਤਰਾ ਬੰਦ ਕਰ ਉਹ ਬੱਸਾਂ ਜਿਹੜੀਆਂ ਬਗੈਰ ਪਰਮਿਟ ਤੇ ਚੱਲਦੀਆਂ ਨੇ ਹੈ ਮਤਲਬ 3000 ਪਰਮਿਟ ਤੇ 8000 ਬੱਸਾਂ ਇਹ ਕਿਹੜਾ ਇਨਸਾਫ ਹੈ ਬਈ ਜਿਹੜੇ ਲਿਊਕਰੇਟਿਵ ਰੂਟ ਨੇ ਜਿਹੜੇ 에ਅਰਪੋਰਟ ਨੂੰ ਜਾਂਦੀਆਂ ਸੀਗੀਆਂ ਬੱਸਾਂ ਸਾਰੀਆਂ ਬਾਦਲਾਂ ਨੂੰ ਦੇਤੀਆਂ 2 ਬੱਸਾਂ ਸੀ ਡੱਬ ਵਾਲੀ ਚ ਇਹਨਾਂ ਦੀਆਂ ਅੱਜ 3000 ਨੇ ਹੋਟਲ ਸਾਡੇ 5 ਸਟਾਰ ਹੋਟਲ ਫਲਾਨਾ ਧਮਕਾਨਾ ਕੌਣ ਚੱਕੂ ਇਹਨਾਂ ਨੂੰ ਹੈ ਤੁਸੀਂ ਹਾਰ ਨਹੀਂ ਮੰਨਦੇ ਤੈਨੂੰ ਲੱਗਦਾ ਹਾਰ ਕਿੱਥੇ ਹੋਈ ਹੈ ਉਹ ਕਹਿ ਰਹੇ ਤੁਸੀਂ ਤਾਂ ਦੂਜੀ ਪਾਰਟੀ ਨਾਲ ਤੁਹਾਡੀ ਗੱਲਬਾਤ ਚੱਲ ਰਹੀ ਹੈ ਤੁਸੀਂ ਤਾਂ ਉਧਰਲੇ ਪਾਸੇ ਸੈਟਿੰਗ ਕਰ ਰਹੇ ਹੋ ਅੱਛਾ ਹੁਣ ਜੇ ਕੋਈ ਬੰਦਾ ਬੇਬੁਨਿਆਦ ਗੱਲਾਂ ਕਰਕੇ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲੂ ਕੀ ਪ੍ਰੂਫ ਹੈ ਨੌਨਸੈਂਸ ਦੇ ਵਿੱਚ ਪੈਣਾ ਆਪਾਂ ਮੈਂ ਕੀ ਕਹਿਣਾ ਜਾਂ ਸੈਂਸ 'ਚ ਪੈਣਾ ਆਪਾਂ ਜੇ ਸੈਂਸ 'ਚ ਪੈਣਾ ਤੇ ਏਜੰਡੇ ਦੀ ਗੱਲ ਕਰ ਮੁੱਦੇ ਦੀ ਗੱਲ ਕਰਦਾ ਦੱਸ ਕਿ ਵਾਈਟ ਪੇਪਰ ਕਿਉਂ ਨਹੀਂ ਇਸ਼ੂ ਕੀਤਾ ਚੱਲ ਜਿਹੜੇ ਇਹ ਬਿਜਲੀ ਦੇ ਜਿਹੜੇ ਉਹ ਸੀਗੇ ਐਗਰੀਮੈਂਟ ਸੀਗੇ ਇਹ ਅਗਲੇ 15-17 ਮੈਂ ਕਹਿ ਰਿਹਾ 15-16 ਸਾਲਾਂ ਦੇ ਵਿੱਚ 70,000 ਕਰੋੜ ਦਾ ਕਰਜ਼ਾ ਚੜਾਉਂਦੇ ਆ 6,000 ਕਰੋੜ ਚੜ ਚੁੱਕਿਆ ਬਗੈਰ ਬਿਜਲੀ ਲਏ ਤੁਸੀਂ 5,000 ਕਰੋੜ ਰੁਪਇਆ ਦੇਤਾ ਕਿਹਨੇ ਪਰਮਿਸ਼ਨ ਦਿੱਤੀ ਤੁਹਾਨੂੰ ਠੇਕਾ ਲੈ ਲਿਆ ਤੁਸੀਂ ਪੰਜਾਬ ਨੂੰ ਲੁੱਟਣ ਦਾ ਵਾਰੀਆਂ ਖੇਡਣ ਦਾ ਕਰਨਾ ਅਨਾਉਂਸ ਮੈਂ ਚੱਲਦਾ ਮੈਂ ਕੰਮ ਕਰਦਾ ਕਰ ਸੈਂਡ ਮਾਈਨਿੰਗ ਬੰਦ ਕਰ ਵਿਜੀਲੈਂਸ ਬਣਾਤੀ ਕਾਹਦੀ ਵਿਜੀਲੈਂਸ ਹੈ ਬਈ ਮੈਂ ਕਹਿੰਦਾ ਇੱਕ ਟਰੱਕ ਇੰਪਾਊਂਡ ਕਰ ਕੈਬਨਿਟ ਦੇ ਵਿੱਚ ਪਾਸ ਹੋਈ ਰੂਲਿੰਗ ਹੈ ਉਹਦੀ ਨੋਟੀਫਿਕੇਸ਼ਨ ਨਹੀਂ ਕੀਤੀ ਕੀ ਕਹਿੰਦੀ ਆ ਉਹ ਵੀ ਟਰੱਕ ਨੂੰ ਇੰਪਾਊਂਡ ਕਰ ਦਿਓ ਜਿਹਦੇ ਕੋਲ ਰੇਟ ਨਾ ਹੋਵੇ ਡੇਟ ਨਾ ਹੋਵੇ ਵੇਟ ਨਾ ਹੋਵੇ ਜਿਹੜਾ ਇਲੀਗਲ ਸੈਂਡ ਸਾਰੇ ਇਲੀਗਲ ਚੱਲਦੇ ਆ ਨਾ ਰੇਟ ਆ ਵੇਟ ਹੈ ਕਰ ਇੱਕ ਟਰੱਕ ਨੂੰ ਇੰਪਾਊਂਡ 1 ਕਰੋੜ ਦਾ ਜਿਹਦਾ ਟਰੱਕ ਇੰਪਾਊਂਡ ਹੁੰਦਾ ਹੈ ਉਹ 25,000 ਦਾ ਰੇਤਾ ਵੇਚੂ ਇੱਕ ਤੇ ਕਰ ਕਾਹਦੀ ਵਿਜੀਲੈਂਸ ਹੈ ਫਿਰ ਉਹੀ ਅੱਖਾਂ 'ਚ ਕੱਟਾ ਪਾਉਣਾ ਮੇਰੀ ਗੱਲ ਨੂੰ ਸਮਝ ਇਹ ਲੋਕਾਂ ਨੂੰ ਦਿਖਦਾ ਹੈ ਮੁੱਦਿਆਂ ਤੇ ਆਈਏ ਇਸ ਕਰਕੇ ਮੈਂ ਜੋ ਕਰ ਰਿਹਾ ਸੋਚ ਸਮਝ ਕੇ ਕਰ ਰਿਹਾ ਸਿੱਧੂ ਸਾਹਿਬ ਇੱਕ ਗੱਲ ਤੁਹਾਨੂੰ ਇਹ ਲੱਗਦੀ ਕਿ ਜਦੋਂ 2017 ਤੋਂ ਪਹਿਲਾਂ ਤੁਸੀਂ ਖੜੇ ਸੀ ਇੱਕ ਮੰਚ ਤੁਸੀਂ ਬਣਾਇਆ ਸੀ ਉਹੇ ਜਿਹੀ ਸਿਚੁਏਸ਼ਨ ਫਿਰ ਖੜੀ ਹੈ ਕਿਉਂ ਬਈ ਇਹ ਕਿੱਧਰ ਨੂੰ ਲਿਜਾ ਰਿਹਾ ਮਿੱਤਰਾ ਤੂੰ ਛੋਟਾ ਹਾਲੇ ਬਹੁਤ ਸਾਲ ਰਹਿ ਲਿਆ ਮੈਂ ਰਾਜਨੀਤੀ 'ਚ ਸਾਰਾ ਕਿਉਂ ਬਈ ਇਹ ਕਿਉਂ ਕਰੋ ਤੇ ਉਦੋਂ ਜਦੋਂ ਮੈਨੂੰ ਕਹਿੰਦੇ ਸੀਗੇ ਵੀ ਪਾਰਟੀਆਂ ਬਣਾ ਲਓ ਜੀ ਫਲਾਨਾ ਕਰ ਲਓ ਕੀ 4 ਕੋਣਾ ਮੁਕਾਬਲਾ ਕਰਨਾ ਹੈ ਬਾਦਲਾਂ ਦੀ ਹੈਲਪ ਕਰਨੀ ਹੈ ਵੋਟਾਂ ਵੰਡਣੀ ਹੈ ਇਹ ਹੋਣਾ ਨਹੀਂ ਇਹ ਨੌਨਸੈਂਸ ਗੱਲਾਂ ਨੇ ਮੁੱਦਿਆਂ ਤੇ ਆਣਾ ਮੁੱਦਿਆਂ ਦੀ ਗੱਲ ਇਲੈਕਸ਼ਨ 'ਚ ਐ ਹੋ ਜੂ ਉਹਦੇ ਐ ਹੋ ਜੂ ਆਹ ਫੇਸ ਵਰਸਸ ਇਹਨਾਂ ਕੀ ਮੁੱਦੇ ਦੱਸ ਨਾ ਕੀਤਾ ਕੀ ਹੈ ਉਹ ਦੱਸ 90,000 ਕਰੋੜ ਦਾ ਕਰਜ਼ਾ ਸੀਗਾ ਮੈਂ ਤੁਹਾਨੂੰ ਵੀਡੀਓ ਦਿਖਾ ਦੇਣਾ ਦੇਖ ਕੋਆਪਰੇਟਿਵ ਦਾ ਕਰਜ਼ਾ ਹੋਵੇ ਇਹਦਾ ਕਰਜ਼ਾ ਹੋਵੇ ਉਹਦਾ ਕਰਜ਼ਾ ਹੋਵੇ ਅਸੀਂ ਸਾਰਾ ਮਾਫ ਕਰਾਂ 1,10,000 ਕਰੋੜ ਦਾ ਹੋ ਗਿਆ ਦਿੱਤਾ 3,000 ਕਰੋੜ ਹੈ ਦੇ ਗੱਲ ਕਰ ਕਿੱਥੋਂ ਬੋਲੇ ਸੀ ਕਿੱਥੇ ਇਨਕਮ ਕਿੱਥੋਂ ਪੂਰਾ ਕਰਾਂਗੇ ਆ ਪਾਵਰ ਪਰਚੇਜ਼ ਐਗਰੀਮੈਂਟ 3 ਰੁਪਏ ਦੀ ਬਿਜਲੀ ਦੇਣੀ ਚਾਹੀਦੀ ਹੈ ਸੁਣਾਵਾ ਸੁਣਨਾ ਆ ਨਾ ਇਹਦੇ ਤੇ ਕਰਾ ਨਾ ਪੁੱਤ ਇਹਦੇ ਤੇ ਗੱਲ ਕਰ ਤੇ ਤੁਸੀਂ ਯੂਥ ਹੋ ਪੰਜਾਬ ਦੇ ਤੁਸੀਂ ਧਰੋਹਰ ਹੋ ਆਹ ਗੱਲਾਂ ਕਰੋਗੇ ਤੁਸੀਂ ਵੀ ਉਹ ਕਹਿੰਦੇ ਆ ਜੀ ਉਹ ਕੀ ਹੋ ਜੂ ਕਿਸੇ ਦੇ ਕਹਿਣ ਨਾਲ ਉਹਦੇ ਨਾਲ ਕੀ ਹੋ ਜੂ ਪੰਜਾਬ ਸੰਵਰ ਜੂ ਬੇਵਕੂਫ ਬਣਾਉਂਦੇ ਰਹੇ ਨੇ ਇਹ ਲੋਕਾਂ ਨੂੰ ਲੜਾ ਕੇ ਬੇਵਕੂਫ ਬਣਾਉਂਦੇ ਰਹੇ ਨੇ ਤੁੱਛ ਗੱਲਾਂ ਕਰਕੇ ਇਹਨੇ ਐਂ ਕਹਿਤਾ ਜੀ ਉਹਨੇ ਫਿਰ ਐਂ ਕਹਿਤਾ ਜੀ ਫਿਰ ਉਹਨੇ ਐਂ ਕਹਿਤਾ ਜੀ ਫਿਰ ਉਹਨੇ ਐਂ ਕਹਿਤਾ ਜੀ ਇਹਦਾ ਮੁੱਦਿਆਂ ਨਾਲ ਕੀ ਸਵਾਲ ਹੈ ਨਾ ਕੋਈ ਅਹੁਦੇ ਦੀ ਗੱਲ ਹੈ ਨਾ ਕਿਸੇ ਲਾਂਛਨ ਦੀ ਗੱਲ ਹੈ ਗੱਲ ਮੁੱਦਿਆਂ ਦੀ ਹੈ ਮੁੱਦੇ ਤੇ ਆਓ ਸਰ ਮੁੱਦਿਆਂ ਤੇ ਆਓ ਅਹੁਦਿਆਂ ਦੀ ਗੱਲ ਹੀ ਨਾ ਕਰੋ ਅੱਛਾ ਸਿਸਟਮ ਦੀ ਬਾਰ-ਬਾਰ ਬਹੁਤ ਚਰਚਾ ਹੋ ਰਹੀ ਹੈ ਦੋ ਪਰਿਵਾਰਾਂ ਤੁਸੀਂ ਸਿਸਟਮ ਦੱਸ ਰਹੇ ਹੋ ਸਿਸਟਮ ਨਹੀਂ ਮੰਨ ਰਿਹਾ ਸਿਸਟਮ ਨਾ ਕਹਿ ਰਿਹਾ ਤੁਹਾਨੂੰ ਬਾਰ-ਬਾਰ ਫਿਰ ਤੁਹਾਡੇ ਕੋਲ ਆਪਸ਼ਨ ਕੀ ਬਚਿਆ ਲੋਕਾਂ ਕੋਲ ਆਪਸ਼ਨ ਲੋਕ ਬਦਲ ਦੇਣਗੇ ਇਹ ਡਰ ਇਹ ਮੈਂ ਕਹਿੰਦਾ ਮੇਰੀ ਗੱਲ ਨੂੰ ਸੁਣੋ ਰਾਜੇ ਰਾਣੇ ਮਿਟਾਤੇ ਲੋਕਾਂ ਨੇ ਰੰਕ ਬਣਾ ਕੇ ਜਮਾਨਤਾਂ ਵੀ ਜ਼ਬਤ ਕਰਾਈਆਂ ਨਹੀਂ ਕਿਉਂ ਦੱਸਣਾ ਇਹ ਤੈਅ ਮੈਂ ਕਰਨਾ ਇਹ ਹੰਕਾਰ ਦੀ ਨਿਸ਼ਾਨੀ ਹੁੰਦੀ ਹੈ ਇਹ ਨੰਬਰ ਦਿਓ ਜੀ ਫਲਾਨਾ ਕਰੋ ਜੀ ਕੀ ਲੋਕ ਬੇਵਕੂਫ ਨੇ ਰੱਬ ਨੇ ਉਹ
ਲੋਕਤੰਤਰ ਦੇ ਰੱਬ ਨੇ। ਕੁਲੀਨ ਤੰਤਰ ਹੁੰਦਾ ਸੀ ਬੇਟਾ, ਤੂੰ ਛੋਟਾ ਹੈ ਸਮਝ। ਕੁਲੀਨ ਤੰਤਰ ਹੁੰਦਾ ਸੀ, ਰਾਣੀ ਦੇ ਪੇਟ 'ਚੋਂ ਰਾਜਾ ਪੈਦਾ ਹੁੰਦਾ ਸੀ। ਧ੍ਰਿਤਰਾਸ਼ਟਰ, ਬੋਲਾ, ਗੂੰਗਾ, ਉਹ ਰਾਜਾ। ਫਿਰ ਰਾਜਤੰਤਰ ਆ ਜਿਹਦੇ ਡੌਲੇ ਤਕੜੇ ਹੁੰਦੇ ਸੀ ਨਾ, ਜਿਹਦੀ ਲਾਠੀ ਉਸੇ ਦੀ ਭੈਂਸ, ਉਹ ਰਾਜਤੰਤਰ ਹੁੰਦਾ ਸੀ। ਅਸ਼ਵਮੇਧ ਯੱਗ ਕਰਦੇ ਹੁੰਦੇ, ਮਗਰ ਮਗਰ ਜਾਂਦੀ, ਜਿਹਦੀ ਸੈਨਾ ਤਕੜੀ ਹੁੰਦੀ ਉਹੀ ਰਾਜਾ ਬਣਦਾ ਹੁੰਦਾ। ਰਾਜਤੰਤਰ, ਇਹ ਲੋਕਤੰਤਰ ਹੈ ਪੁੱਤਰ। ਇਹ ਲੋਕਤੰਤਰ ਦੇ ਵਿੱਚ ਮਤ ਪੇਟੀ ਦੇ ਗਰਭ ਚੋਂ ਪੈਦਾ ਹੁੰਦਾ ਰਾਜਾ। ਲੋਕ ਬਣਾਉਂਦੇ ਆ ਰਾਜਾ, ਤੇ ਲੋਕ ਹੀ ਬਣਾਉਂਦੇ ਆ ਰੰਕ ਬਣਾ ਦੇਣਗੇ, ਕਰ ਦੇਣਗੇ ਫੈਸਲਾ। ਜਨਤਾ ਦੀ ਅਦਾਲਤ 'ਚ ਹੈ ਹੁਣ ਫੈਸਲਾ, ਤਾਂ ਹੀ ਫਿਕਰ ਪਏ ਹੋਏ। ਅੱਛਾ, ਹਾਈ ਕਮਾਂਡ ਜਿਹੜੀ ਹੈ ਮੀਟਿੰਗ ਦੀ ਗੱਲ ਹੋ ਰਹੀ ਹੈ ਕਿ ਉਹਨਾਂ ਨੂੰ ਮੀਟਿੰਗ ਵਾਸਤੇ ਬੁਲਾਇਆ ਸੀਐਮ ਸਾਹਿਬ ਨੇ। ਗੱਲ ਨੂੰ ਸੁਣ, 20 ਤਰੀਕ ਦੀ ਮੀਟਿੰਗ ਸੀ, ਫੇਕ ਨਿਊਜ਼। ਅੱਜ ਕਹਿ ਰਹੇ ਆ ਕਿ ਗਏ ਹੋਏ ਆ। ਮੈਂ ਕਿਹਾ ਯਾਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਜਿੱਦਣ ਮੈਨੂੰ ਇਨਫੋਰਮੇਸ਼ਨ ਆਊ ਮੈਂ ਸਾਰੀ ਜੱਗ ਨੂੰ ਦੱਸ ਦੂੰ, ਉਹ ਵੀ ਦੱਸ ਦੇਣਗੇ। ਪਟਿਆਲਾ ਸੀਟ ਬਾਰੇ ਕੀ ਵਿਚਾਰ ਹੈ ਤੁਹਾਡਾ? ਨੌਨਸੈਂਸ। ਕੋਈ ਸੈਂਸ ਦੀ ਗੱਲ ਕਰੀਏ, ਕਰਨਾ ਸੈਂਸ ਦੀ ਗੱਲ ਕਾਕਾ। ਤੈਨੂੰ ਫੇਰ ਕਹਿ ਰਿਹਾ ਏਜੰਡੇ ਦੀ ਗੱਲ ਕਰਨਾ, ਆਪਾਂ ਸੈਂਸ ਤੇ ਆਈਏ। ਇਹ ਨਾ ਜਿਹੜੇ ਡਰੇ ਹੋਏ ਹੁੰਦੇ ਆ ਨਾ, ਘਬਰਾਏ ਹੋਏ ਹੁੰਦੇ, ਅਸੁਰੱਖਿਅਤ ਲੋਕ ਹੁੰਦੇ ਆ, ਉਹਨਾਂ ਨੂੰ ਵਚਨਾਂ ਦੇ ਮੁੱਲ ਨਹੀਂ ਹੁੰਦਾ। ਉਹ ਬਿਆਸ ਤੋਂ ਪਹਿਲਾਂ ਕੁਝ ਬੋਲਦੇ ਆ, ਉਦੋਂ ਪਹਿਲਾਂ ਕੁਝ ਬੋਲਦੇ ਆ, ਗੁਟਕਾ ਸਾਹਿਬ ਜਪ ਕੇ ਕੁਝ ਬੋਲਦੇ, ਫਿਰ ਕੁਝ ਬੋਲਦੇ ਆ। ਨਵਜੋਤ ਸਿੱਧੂ ਹੈ, ਜੇ ਉਹ ਜ਼ੁਬਾਨ ਦਿੱਤੀ ਹੈ ਨਾ, 15 ਸਾਲ ਬਾਅਦ ਜੱਦੀ ਘਰ 'ਚ ਆਇਆ, ਲਿਵਰ 3rd ਗ੍ਰੇਡ ਸੀ, ਡਾਕਟਰ ਕਹਿੰਦਾ ਸੀਗਾ ਕਦੇ ਵੀ ਪੁੱਗ ਸਕਦਾ। ਆ ਵੇਖ, ਇਹ ਐਂਬੋਲਿਜ਼ਮ, ਤੇ ਉਹਦੇ ਕਰਕੇ ਸੀ, ਦਵਾਈ ਛੱਡਣੀ ਪਈ। ਤੇ ਨਵਜੋਤ ਸਿੰਘ ਸਿੱਧੂ 60 ਸਾਲ ਪੁਰਾਣੇ ਆਪਣੇ ਪਿਓ ਦੇ ਘਰ ਦੇ ਵਿੱਚ ਰਿਕਵਰ ਕਰ ਨਹੀਂ ਆ ਸਕਦਾ। ਫਿਕਰ ਪੈ ਗਈ ਤੁਹਾਨੂੰ ਹੈਂ? ਤੁਸੀਂ ਫਾਰਮ ਹਾਊਸਾਂ ਤੋਂ ਥੱਲੇ ਨਹੀਂ ਆਉਂਦੇ ਹੈਂ? ਤੇ ਕਿਸੇ ਇੱਕ ਬੰਦੇ ਨੂੰ ਕਹਿ ਕੇ ਤੁਸੀਂ ਪਹਿਕਾ ਲਓਗੇ ਹੈਂ? 4 ਖਬਰਾਈਆਂ ਚਲਾ ਕੇ ਕੀ ਕਰ ਲਓਗੇ ਤੁਸੀਂ? ਓਏ ਪੰਜਾਬ ਦੇ ਲੋਕ ਸਿਆਣੇ ਨੇ, ਜਾਣਦੇ। 200 ਬੰਦੇ ਹਾਇਰ ਕਰਕੇ ਕਿ ਇਹਨੂੰ ਗਾਲਾਂ ਕਢਾ ਲਓਗੇ। ਇਹ ਪਹਿਲਾਂ ਵੀ ਬੜੇ ਲੋਕਾਂ ਨੇ ਕਰ ਲਿਆ, ਸਮਝਿਆ ਨਹੀਂ? ਇਹ ਹਰਾਮ ਦੇ ਪੈਸੇ ਨਹੀਂ ਕੰਮ ਆਉਣੇ। ਇਹ ਹਰਾਮ ਵਰਸਸ ਈਮਾਨ ਹੈ। ਕਿ ਈਮਾਨ ਚੜੂਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਸ਼ੀਰਵਾਦ ਲੈ ਕੇ ਪੰਜਾਬ ਦੇ ਲੋਕ ਬਦਲ ਦੇਣਗੇ ਸਾਰਾ ਕੁਝ। ਇਹ ਸਾਰਾ ਕੁਝ ਵੀ ਜੇ ਕਿਤੇ ਅੱਜ ਤੈਨੂੰ ਮੈਂ ਕਹਿ ਰਿਹਾ, ਇਹ ਪੇੜ ਲੱਗ ਗਿਆ, ਇਹ ਜਿਹੜਾ ਮਾਡਲ ਹੈ ਨਾ ਪੰਜਾਬ ਮਾਡਲ, ਇਹ ਪੇੜ ਹੈ। ਇਹ ਉਹੀ ਪੇੜ ਹੈ ਜਿਹਨੇ ਵੱਡਾ ਬਣਨਾ ਔਰ ਪੰਜਾਬ ਦੇ ਲੋਕਾਂ ਨੇ ਫਲ ਖਾਣੇ ਆ। ਲਾਉਣ ਵਾਲੇ ਦੀ ਕੋਈ ਚਿੰਤਾ ਨਹੀਂ, ਪੇਟੈਂਟ ਨਹੀਂ, ਕਿਹੜਾ ਮਰਜ਼ੀ ਇਹਦੇ ਚੋਂ ਕੱਢੇ। 13 ਪੁਆਇੰਟ 13 ਤੋਂ ਇੰਸਪਾਇਰਡ 13 ਪੁਆਇੰਟ ਕਰੋ। ਲੀਗਲ ਡਾਕੂਮੈਂਟ ਬਣਾਓ, ਇਹਦਾ ਲੀਗਲ ਡਾਕੂਮੈਂਟ, ਔਰ ਕਹੋ ਅੰਡਰ ਓਥ ਕਿ ਇਹ ਪ੍ਰਯਾਸ ਪੂਰਾ ਹੋਏਗਾ। ਔਰ ਸਾਰਿਆਂ ਨੂੰ 500 ਵਾਅਦੇ ਕਰਕੇ 5 ਪੂਰੇ ਨਹੀਂ ਹੁੰਦੇ, ਤੇ ਫਿਰ ਭੁਗਤੇ ਕੋਈ, ਕਰੇ ਕੋਈ, ਤੇ ਮਰੇ ਕੋਈ। ਫਿਰ ਉਹੀ ਹਵਾਈ ਗੱਲਾਂ, ਖਬਰਾਈਆਂ ਲਵਾ ਕੇ ਤੁਸੀਂ ਲੋਕਾਂ 'ਚ ਜਾਓਗੇ। ਆ ਨਾ ਮੁੱਦਿਆਂ ਤੇ ਮੈਂ ਕਹਿੰਦਾ ਮੈਂ ਬੈਠਣ ਨੂੰ ਤਿਆਰ ਹਾਂ, ਇਹਨਾਂ ਦੋਨਾਂ ਨਾਲ ਬੈਠਣ ਨੂੰ ਤਿਆਰ ਹਾਂ, ਪਰਿਵਾਰਾਂ ਨਾਲ ਬਿਠਾ ਤੇ ਜਵਾਬ ਦਵਾ ਵੀ ਇੱਕ ਨੇ ਚਲਾ। ਮੈਨੂੰ ਐਂ ਦੱਸ ਛੋਟੇ ਭਾਈ, ਮੈਂ ਤੈਨੂੰ ਸਵਾਲ ਪੁੱਛਦਾ। 10 ਸਾਲਾਂ ਦੇ ਵਿੱਚ 1.5 ਲੱਖ ਕਰੋੜ ਦਾ ਕਰਜ਼ਾ ਚੜ੍ਹ ਗਿਆ, ਠੀਕ ਹੈ? ਇਹਨਾਂ ਦੀ ਸਰਕਾਰ 15,000 ਪਰ ਸਾਲ, ਸਾਡੇ 5 ਸਾਲਾਂ ਦੇ ਵਿੱਚ 1.25 ਲੱਖ ਦਾ ਚੜ੍ਹ ਗਿਆ। ਮਤਲਬ 1 ਸਾਲ ਦੇ 20 ਕਰੋੜ ਤੋਂ ਉੱਤੇ। ਕੌਣ ਲਾਊ ਇਹਨੂੰ? ਇੱਕ ਲੀਡਰ 10 ਪੰਜਾਬ 'ਚ, ਇੱਕ ਲੀਡਰ 10 ਜਿਹਦਾ 10 ਕਰੋੜ ਦਾ ਘਰ ਹੋਵੇ, 500 ਕਰੋੜ ਤੇ ਕਰਜ਼ਾ ਹੋਵੇ, ਰਾਤ ਨੂੰ ਸੌਂ ਜੇ, ਕਿਉਂ ਨਹੀਂ ਚੜ੍ਹਦਾ ਬਈ? ਹੈਂ? ਇਹ ਸ਼ਾਸਕ ਭਾਓ ਸਿੱਟੀਏ, ਇਹ ਰਾਜ ਕਰਨ ਦਾ ਭਾਓ ਸਿੱਟੀਏ, ਇਹ ਅਹੁਦਿਆਂ ਦੀ ਲਾਲਸਾ ਛਿੱਟੀਏ, ਇਹ ਵਰਸਿਸ ਫਲਾਨਾ ਵਰਸਿਸ ਧਮਕਾਨਾ ਛੱਡੀਏ, ਛੁਰਲੀਆਂ ਛਰਨੀਆਂ ਛੱਡੀਏ। ਤੁਹਾਡਾ ਵੀ ਫਰਜ਼ ਬਣਦਾ ਹੈ। ਮੁੱਦਿਆਂ ਤੇ ਆਈਏ, ਮੁੱਦਿਆਂ ਤੇ। ਪੰਜਾਬ ਕਿਵੇਂ, ਕੀ ਸਵਾਲ ਹੈ? ਮੈਂ ਇੱਥੇ ਐਂਡ ਕਰੂੰਗਾ, ਇਹ ਤੋਂ ਬਾਅਦ ਬੋਲੂੰਗਾ ਨਹੀਂ, ਕਿਉਂਕਿ ਇਹੀ ਸਭ ਤੋਂ ਵੱਡਾ ਸਵਾਲ ਹੈ। ਗਲੀ ਗਲੀ, ਮਹੱਲੇ ਮਹੱਲੇ ਚਾਲ, ਸੜਕ ਦੇ ਉੱਤੇ ਢਾਬਾ, NRI ਵੀਰ, ਸਰੀਰ ਉੱਥੇ ਆਤਮਾ ਇੱਥੇ। ਕੀ ਸਵਾਲ ਹੈ ਕਿ ਪੰਜਾਬ ਨੂੰ ਇਸ 3 ਲੱਖ ਕਰੋੜ ਦੇ ਕਰਜ਼ੇ ਦੇ ਦਲਦਲ ਦੇ ਵਿੱਚੋਂ ਕੌਣ ਕੱਢੂ? ਕੌਣ ਕੱਢੂ ਨਾਲੋਂ ਕਿਵੇਂ ਕੱਢੂ? ਕਿਹੜੇ ਸਾਧਨ ਨੇ ਉਹਦੇ ਕੋਲ? ਕਿਵੇਂ ਨੌਕਰੀਆਂ ਦਊ? ਕਿਵੇਂ ਅਸਾਮੀਆਂ ਭਰੂ? ਕਿਹੜੀ ਰਾਹ ਹੈ? ਇਸ ਲੀਕ ਤੋਂ ਉਤਰ ਨਹੀਂ ਦੇਣਾ। ਤੇ ਜਵਾਬ ਮੰਗਿਓ ਇਹ ਤੋਂ। ਜਦੋਂ 10 ਸਾਲ ਤੁਸੀਂ ਸੀ, ਕੀਤਾ ਕੀ ਆ ਤੁਸੀਂ? ਹੋਏ ਕੀ ਇਨਵੈਸਟਮੈਂਟ ਕੀਤੀ ਹੋਵੇ? ਸਿਵਾਏ ਲੋਕਾਂ ਦੇ ਕੰਮ ਰੋਕਣ ਤੋਂ, ਸਿਵਾਏ ਲੋਕਾਂ ਨੂੰ ਸਕਟਲ ਕਰਨ ਤੋਂ, ਸਿਵਾਏ ਲੀਡਰਾਂ ਨੂੰ ਮਾਰਨ ਤੋਂ, ਸਿਵਾਏ ਆਪਣੇ ਸਾਲਿਆਂ ਨੂੰ ਮੰਤਰੀ ਬਣਾਉਣ ਤੋਂ। 4-4 ਵਾਰ ਦੇ MLA ਬ੍ਰਹਮਪੁਰਾ ਸਾਹਿਬ, ਢੀਂਡਸਾ ਸਾਹਿਬ ਹੈਂ ਛੱਡ ਕੇ ਤੁਹਾਨੂੰ ਭੱਜ ਗਏ। ਕੀ ਕਹਿਣਾ? ਕੰਮ ਆ ਗਏ ਉੱਥੇ, ਪੈਸੇ ਆ ਗਏ ਕਿਉਂ? ਇਹਦੇ ਸਾਲੇ ਨਾਲੋਂ ਬ੍ਰਹਮਪੁਰਾ ਸਾਹਿਬ ਨੀਵੇਂ ਨੇ ਕਿਤੇ, ਜੁੱਤੀ ਵਰਗਾ ਨਹੀਂ ਹੈਂ? ਉਹਨੂੰ ਘਰ ਬਿਠਾਤਾ ਹੈਂ? ਆ ਸੇਖਵਾਂ ਸਾਹਿਬ, ਤੇ ਉਹ ਹਾਕਾਂ ਕਿਉਂ ਮਾਰਦੇ ਸਿੱਧੂ ਨੂੰ? ਅੱਜ ਵੀ ਇੱਜ਼ਤ ਕਿਉਂ ਕਰਦੇ ਆ ਇਹਨਾਂ ਨੂੰ? ਮਾਰੀ ਹਾਕ ਕਿਸ ਨੇ? ਕਿਉਂ ਮਾਰਦੇ ਆ ਬਈ? ਕਾਕਾ ਇੱਥੇ ਆ ਸੈਂਸ ਤੇ। ਨੋ ਨੌਨਸੈਂਸ, ਓਨਲੀ ਸੈਂਸ। ਥਿੰਕ ਅਬਾਊਟ ਦੈਟ। ਇਹ TRP ਦਾ ਸ਼ੋਅ ਨਹੀਂ ਹੈ,
ਇਹ ਪੰਜਾਬ ਦਾ ਭਵਿੱਖ ਹੈ, ਇਹਦੇ ਨਾਲ ਜੁੜਿਆ ਹੋਇਆ, ਇਹ ਨੌਜਵਾਨੀ ਦਾ ਭਵਿੱਖ ਹੈ, ਲੋਕਾਂ ਦਾ ਭਵਿੱਖ ਹੈ। ਇਹਨੂੰ ਕਹ ਲੈ 250 ਬੰਦੇ ਹੋਰ ਹਾਇਰ ਕਰ, 250 ਬੰਦੇ ਹੋਰ ਹਾਇਰ ਕਰ, ਤੇ ਵੇਖ ਬਣਦਾ ਕੀ ਹੈ। ਜਲੇਬੀਆਂ ਨੂੰ ਇਕੱਠੇ ਨਾ ਕਰ ਦੇਣਗੇ ਲੋਕ, ਮੇਰਾ ਨਾਂ ਵਟਾ ਦੀ, ਜਾਣਦੇ ਆ ਤੁਹਾਨੂੰ, ਪਛਾਣਦੇ ਆ ਤੁਹਾਨੂੰ। ਔਰ ਕਿਰਦਾਰ ਦੇ ਉੱਤੇ ਭਰੋਸਾ ਹੁੰਦਾ ਹੈ। ਮੈਨ ਆਫ ਜੀਨੀਅਸ ਆਰ ਐਡਮਾਇਰਡ, ਮੈਨ ਆਫ ਪਾਵਰ ਆਰ ਫੀਅਰਡ, ਮੈਨ ਆਫ ਕੈਰੈਕਟਰ ਆਰ ਟਰਸਟਡ। ਉਹ ਵਿਸ਼ਵਾਸ ਨਵਜੋਤ ਸਿੰਘ ਸਿੱਧੂ ਕਦੇ ਟੁੱਟਣ ਨਹੀਂ ਦੇਗਾ। ਇਹ ਪੰਜਾਬ ਮਾਡਲ ਲੱਗੇਗਾ। ਪੰਜਾਬ ਮਾਡਲ। ਇੱਕ ਆਖਰੀ ਸਵਾਲ, ਜਿਹੜੀਆਂ ਤੁਸੀਂ ਪੀਪਲਜ਼ ਏਜੰਡੇ ਦੀ ਗੱਲ ਕਰ ਰਹੇ ਹੋ, ਇਹੀ ਗੱਲਾਂ ਆਮ ਆਦਮੀ ਪਾਰਟੀ ਕਰਦੀ ਹੈ। ਥੋੜਾ ਜਿਹਾ ਗੱਲਾਂ ਮੈਚ ਹੁੰਦੀਆਂ ਨੇ ਤੇ ਲਗਾਤਾਰ ਉਹ ਤੁਹਾਨੂੰ ਵੈਲਕਮ ਵੀ ਕਰਦੇ ਨੇ ਜਦੋਂ ਵੀ ਉਹਨਾਂ ਤੋਂ ਸਵਾਲ ਪੁੱਛਿਆ ਜਾਂਦਾ ਹੈ। ਕੁਝ ਵਿਚਾਰ ਉਧਰਲੇ ਪਾਸੇ ਬਣਦਾ ਹੈ? ਚੰਗਾ ਬੇਟਾ, ਗੋਡ ਬਲੈਸ ਯੂ। ਤਮਾਮ ਮੁੱਦਿਆਂ ਤੇ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਤੇ ਲੋਕਾਂ ਦੇ ਮੁੱਦਿਆਂ ਤੇ ਆਪਣੀ ਪੂਰੀ ਜਿਹੜੀ ਹੈ ਗੱਲ ਖੁੱਲ੍ਹ ਕੇ ਰੱਖੀ ਹੈ। ਨਾਲ ਹੀ ਸਿਸਟਮ ਵਿੱਚ ਜਿਹੜੇ 2 ਪਰਿਵਾਰ ਕਾਬਜ਼ ਨੇ ਉਹਨਾਂ ਨੂੰ ਵੀ ਖੁੱਲ੍ਹ ਕੇ ਜਵਾਬ ਦਿੱਤਾ ਹੈ ਕਿ ਉਹਨਾਂ ਦੀ ਕੀ ਮਨਸ਼ਾ ਹੈ। ਬਾਕੀ ਉਹ ਕਹਿ ਰਹੇ ਨੇ ਏਜੰਡਾ 2022 ਉਹਨਾਂ ਦਾ ਬਿਲਕੁਲ ਕਲੀਅਰ ਹੈ। ਤੇ ਤੁਸੀਂ ਦਰਸ਼ਕ ਸਾਡੇ ਨਾਲ ਜੁੜੇ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਧੰਨਵਾਦ।